ਭਗਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰੇ ਨਾਲ ਜੁੜ ਰਹੇ ਨੇ ਕੈਲਗਰੀ ਤੋਂ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਜੋਹਲ, ਨਾਲ ਹੀ ਇੰਡੀਆ ਤੋਂ ਦਿਲਰਾਜ ਜੀ ਅਤੇ ਸਬਦੀਸ਼ ਜੀ, ਨਾਲ ਸਾਡੇ ਨਾਲ ਸਪੈਸ਼ਲ ਗੈਸਟ ਜੁੜ ਰਹੇ ਨੇ ਨਿਊ ਦਿੱਲੀ ਤੋਂ ਸੁਨੀਲ ਕੁਮਾਰ ਜੀ। ਕੁਮਾਰ ਸਾਹਿਬ, ਜੋਹਲ ਸਾਹਿਬ, ਦਿਲਰਾਜ ਜੀ, ਸਬਦੀਸ਼ ਜੀ, ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਗੱਲਬਾਤ ਸ਼ੁਰੂ ਕਰਾਂਗੇ ਉਹੀ ਪੱਖ ਦਾ ਮੁੱਦਾ ਜਿਹਦੇ ਤੇ ਅਸੀਂ ਕੱਲ ਗੱਲਬਾਤ ਛੱਡੀ ਸੀ, ਦਿੱਲੀ ਦੀ ਰਾਜਨੀਤੀ। ਆਮ ਆਦਮੀ ਪਾਰਟੀ ਦੇ 21 ਐਮਐਲਏ ਦਾ ਫਿਊਚਰ ਦਾਅ ਤੇ ਲੱਗਾ ਹੋਇਆ ਵਾ। ਥੋੜੇ ਦਿਨਾਂ ਵਿੱਚ ਇਲੈਕਸ਼ਨ ਕਮਿਸ਼ਨ ਚੋਂ ਫੈਸਲਾ ਆ ਜਾਊਗਾ ਕਿ ਇੱਥੇ ਬਾਈ ਇਲੈਕਸ਼ਨ ਹੁੰਦੀ ਆ ਜਾਂ ਫਿਰ ਸ਼ਾਇਦ ਆਮ ਆਦਮੀ ਪਾਰਟੀ ਕੋਈ ਲੀਗਲ ਤਰੀਕੇ ਨਾਲ ਇਸ ਬਾਈ ਇਲੈਕਸ਼ਨ ਨੂੰ ਰੋਕ ਸਕੇ। ਉਹ ਦਰਸ਼ਕ ਜੋ ਸਾਡੇ ਨਾਲ ਕੱਲ ਨਹੀਂ ਜੁੜੇ ਸੀ, ਉਹਨਾਂ ਦੀ ਜਾਣਕਾਰੀ ਵਾਸਤੇ ਥੋੜਾ ਜਿਹਾ ਮੈਂ ਤੁਹਾਨੂੰ ਇਸ ਕੇਸ ਬਾਰੇ ਦੱਸ ਦੇਣਾ ਚਾਹੁੰਦਾ ਵਾਂ। 13 ਮਾਰਚ ਨੂੰ ਦਿੱਲੀ ਦੀ ਗਵਰਨਮੈਂਟ ਨੇ 21 ਪਾਰਲੀਮੈਂਟਰੀ ਸੈਕਟਰੀ ਅਪਾਇੰਟ ਕੀਤੇ ਸੀ। ਜੇ ਅਸੀਂ ਦਿੱਲੀ ਦੀ ਕਨਸਟੀਟਿਊਸ਼ਨ ਦੀ ਗੱਲ ਕਰੀਏ, ਦਿੱਲੀ ਦੇ ਵਿੱਚ 7 ਮਿਨਿਸਟਰਸ ਇੰਕਲੂਡਿੰਗ ਚੀਫ ਮਿਨਿਸਟਰ ਦਿੱਲੀ ਦੀ ਗਵਰਨਮੈਂਟ ਅਪਾਇੰਟ ਕਰ ਸਕਦੀ ਆ ਤੇ ਇੱਕ ਪਾਰਲੀਮੈਂਟਰੀ ਸੈਕਟਰੀ ਅਪਾਇੰਟ ਕਰ ਸਕਦੀ ਆ। ਪਰ ਇਸ ਲਾਅ ਨੂੰ ਚੇਂਜ ਕਰਨ ਵਾਸਤੇ ਜੂਨ ਦੇ ਮਹੀਨੇ ਵਿੱਚ ਦਿੱਲੀ ਦੀ ਗਵਰਨਮੈਂਟ ਨੇ ਇੱਕ ਬਿੱਲ ਬਣਾਇਆ, ਜੋ ਬਿੱਲ ਕੀ ਐਲਜੀ ਕੋਲ ਪਾਸ ਹੋਣ ਵਾਸਤੇ ਗਿਆ। ਐਲਜੀ ਨੇ ਇਸ ਬਿੱਲ ਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਰੈਫਰ ਕਰਤਾ। ਮਿਨਿਸਟਰੀ ਆਫ ਹੋਮ ਅਫੇਅਰਸ ਨੇ ਸੋਲਿਸਿਟਰ ਜਨਰਲ ਅਤੇ ਦੂਜੇ ਲੀਗਲ ਪੱਖ ਨੂੰ ਵੇਖਦੇ ਹੋਏ ਪ੍ਰੈਜ਼ੀਡੈਂਟ ਨੂੰ ਇਸ ਬਿੱਲ ਨੂੰ ਰਿਜੈਕਟ ਕਰਨ ਨੂੰ ਕਿਹਾ। ਉਹੀ ਹੋਇਆ ਜਿਹਦਾ ਡਰ ਸੀ, ਪ੍ਰੈਜ਼ੀਡੈਂਟ ਨੇ ਬਿੱਲ ਰਿਜੈਕਟ ਕਰ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ 21 ਐਮਐਲਏ ਅੱਜ ਸ਼ਾਇਦ ਉਹਨਾਂ ਦੀ ਸੀਟਾਂ ਤੇ ਬਾਈ ਇਲੈਕਸ਼ਨ ਹੋ ਸਕਦੀ ਆ ਇਸ ਗਲਤੀ ਦੇ ਕਾਰਨ। ਜੇ ਟੈਕਨੀਕਲੀ ਦੇਖੀਏ ਤਾਂ ਇੱਥੇ ਆਮ ਆਦਮੀ ਪਾਰਟੀ ਟੈਕਨੀਕਲ ਤਰੀਕੇ ਨਾਲ ਗਲਤ ਸੀ, ਪਰ ਬਿੱਲ ਰਿਜੈਕਟ ਹੋਣ ਤੋਂ ਬਾਅਦ ਰਾਜਨੀਤੀ ਤੇ ਹੋਣੀ ਸੀ। ਸਭ ਤੋਂ ਪਹਿਲਾਂ ਰਾਜਨੀਤੀ ਸ਼ੁਰੂ ਕਰੀ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨੇ, ਜਿਨ੍ਹਾਂ ਨੇ ਕੀ ਸਾਰਾ ਬਲੇਮ ਮੋਦੀ ਸਾਹਿਬ ਤੇ ਥੋਪਤਾ ਤੇ ਮੋਦੀ ਸਾਹਿਬ ਨੂੰ ਦਿੱਲੀ ਦੀ ਗਵਰਨਮੈਂਟ ਤੋਂ ਇਹ ਕਿਹਾ ਕਿ ਡਰਦੇ ਨੇ ਜਾਂ ਹੋਰ ਕਾਫੀ ਕੁਝ ਟਵੀਟ ਕਰਕੇ, ਜੋ ਉਹਨਾਂ ਦੀ ਆਮ ਜੀ ਆਦਤ ਹੈ ਟਵਿੱਟਰ ਤੇ, ਉਹੀ ਉਹਨਾਂ ਨੇ ਕੰਮ ਕੀਤਾ। ਦੂਜੇ ਦਿਨ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ, ਉਹਨਾਂ ਨੇ ਵੀ ਇਸ ਮੁੱਦੇ ਤੋਂ ਆਪਣੇ ਹੱਥ ਸੇਕਣੇ ਚਾਹੇ। ਬੀਜੇਪੀ ਨੇ ਆਪਣਾ ਪੱਖ ਰੱਖਿਆ, ਕਾਂਗਰਸ ਨੇ ਆਪਣਾ ਪੱਖ ਰੱਖਿਆ। ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਇੱਥੇ ਗਲਤ ਦੱਸਿਆ। ਜੇ ਮੇਰੀ ਤੁਸੀਂ ਪਰਸਨਲ ਰਾਏ ਵੀ ਜਾਣਨਾ ਚਾਹੋ, ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਮੇਰੀ ਰਾਏ ਮੰਨੋ ਜਾਂ ਆਈ ਐਮ ਰਾਈਟ, ਬਟ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇੱਥੇ ਗਲਤ ਹੈ। ਜਾਣਨ ਵਾਸਤੇ ਅੱਜ ਅਸੀਂ ਸੁਨੀਲ ਕੁਮਾਰ ਜੀ, ਜੋ ਕਿ ਐਡਵੋਕੇਟ ਨੇ ਦਿੱਲੀ ਤੋਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੁਨੀਲ ਕੁਮਾਰ ਜੀ, ਸਭ ਤੋਂ ਪਹਿਲਾਂ ਤਾਂ ਸਰ ਸਾਡੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ ਆਇਆਂ। ਸਰ, ਅਰਲੀ ਮਾਰਨਿੰਗ ਹੈ ਦਿੱਲੀ 'ਚ, ਫਿਰ ਵੀ ਤੁਸੀਂ ਸਾਡੇ ਨਾਲ ਜੁੜੇ, ਇੱਕ ਵਾਰ ਫਿਰ ਤੋਂ ਰੀਅਲੀ ਐਪਰੀਸ਼ੀਏਟਡ। ਬਟ ਮੈਂ ਥੋੜਾ ਜਿਹਾ ਟੈਕਨੀਕਲ ਪੱਖ ਨਾਲ ਚਾਹੂੰਗਾ, ਤੁਸੀਂ ਇੱਕ ਵਾਰ ਆਪਣੀ ਇੰਟਰੋਡਕਸ਼ਨ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੇ ਦਿਓ। ਤੁਸੀਂ ਕਿੱਥੇ ਪ੍ਰੈਕਟਿਸ ਕਰਦੇ ਜੋ ਐਂਡ ਕਿੰਨੇ ਚਿਰ ਤੋਂ ਪ੍ਰੈਕਟਿਸ ਕਰਦੇ ਜੋ? ਮੈਂ ਸੁਪਰੀਮ ਕੋਰਟ ਵਿੱਚ ਜਿਹੜੀ ਹੈ 20 ਸਾਲ ਤੋਂ ਪ੍ਰੈਕਟਿਸ ਕਰ ਰਿਹਾ, ਇੰਡੀਆ ਦੇ ਸੁਪਰੀਮ ਕੋਰਟ ਵਿੱਚ। ਤਾਂ ਤੁਸੀਂ ਸੁਪਰੀਮ ਕੋਰਟ ਦੇ 20 ਸਾਲ ਚ ਪ੍ਰੈਕਟਿਸ ਕਰ ਰਹੇ ਜੋ? ਜੀ ਜੀ ਜੀ। ਓਕੇ ਸਰ, ਹੁਣ ਮੈਂ ਥੋੜਾ ਜਿਹਾ ਚਾਹੂੰਗਾ ਤੁਸੀਂ ਸਾਨੂੰ ਇਸ ਲਾਅ ਬਾਰੇ ਇਨਫੋਰਮੇਸ਼ਨ ਦਿਓ। ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹ ਕਹਿ ਰਹੇ ਨੇ ਅਸੀਂ ਸਹੀ ਆ, ਪਰ ਜੇ ਬਾਕੀ ਪਾਰਟੀਆਂ ਦੀ ਗੱਲ ਕਰੀਏ, ਉਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਗਲਤ ਆ। ਕੁੱਲ ਮਿਲਾ ਕੇ ਗੱਲ ਆਫਿਸ ਆਫ ਪ੍ਰੋਫਿਟ ਤੇ ਟਿਕੀ ਹੋਈ ਆ। ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਸਾਡੇ ਜਿੰਨੇ ਵੀ ਐਮਐਲਏ ਨੇ ਉਹ ਟੋਟਲੀ ਫ੍ਰੀ ਕੰਮ ਕਰ ਰਹੇ ਨੇ, ਅਸੀਂ ਇਹਨਾਂ ਨੂੰ ਕੁਝ ਨਹੀਂ ਦਿੱਤਾ ਤੇ ਆਫਿਸ ਆਫ ਪ੍ਰੋਫਿਟ ਇਹਨੂੰ ਤੁਸੀਂ ਨਹੀਂ ਕਹਿ ਸਕਦੇ। ਸੁਨੀਲ ਜੀ, ਤੁਹਾਡੀ ਰਾਏ ਵਿੱਚ ਕੀ ਸੱਚ ਆ? ਦੇਖੋ ਜੀ, ਇੱਕ ਜया ਬੱਚਨ ਜਿਹੜੀ ਹੈ, ਅਮਿਤਾਭ ਬੱਚਨ ਦੀ ਜਿਹੜੀ ਵਾਈਫ ਹੈ, ਉਹਨੇ यूपी गवर्नमेंट ਤੋਂ ਕੁਝ ਇੱਕ ਚੇਅਰਮੈਨਸ਼ਿਪ ਲਿੱਤੀ ਸੀ ਤੇ ਉਹਦੀ ਜਿਹੜੀ ਚੇਅਰਮੈਨਸ਼ਿਪ ਦੀ ਸੀ, ਉਹ ਇਲੈਕਸ਼ਨ ਕਮਿਸ਼ਨ ਨੇ ਉਹਨੂੰ ਆਫਿਸ ਆਫ ਪ੍ਰੋਫਿਟ ਵਿੱਚ ਲੈ ਆਏ ਸੀ ਤੇ ਉਹ ਸੁਪਰੀਮ ਕੋਰਟ ਗਈ ਸੀ ਉਸ ਆਰਡਰ ਦੇ ਖਿਲਾਫ। ਤੇ ਸੁਪਰੀਮ ਕੋਰਟ ਨੇ ਇੱਕ ਕਲੀਅਰ ਕੱਟ ਆਪਣੀ 13-11 ਹੈ ਜया ਬੱਚਨ ਵਰਸਸ ਯੂਨੀਅਨ ਆਫ ਇੰਡੀਆ ਦਾ ਕੇਸ ਸੀ। 3 ਜੱਜਿਸ ਦੀ ਬੈਂਚ ਸੀ ਸੁਪਰੀਮ ਕੋਰਟ ਵਿੱਚ, ਚੀਫ ਜਸਟਿਸ ਦੀ ਅਗਵਾਈ ਵਿੱਚ ਉਹ ਫੈਸਲਾ ਆਇਆ ਸੀ ਤੇ ਉਹ ਫੈਸਲੇ ਵਿੱਚ ਪੈਰਾ ਨੰਬਰ 11 ਤੇ 13 ਵਿੱਚ ਸਾਫ਼ ਕਲੀਅਰ ਬੋਲਿਆ ਗਿਆ ਸੀ ਕਿ ਜਿਹੜਾ ਕੋਈ ਆਫਿਸ ਤੁਸੀਂ ਲੈਂਦੇ ਹੋ ਔਰ
ਉਹਦੇ ਉਹਦੇ ਆਫਿਸ ਵਿੱਚ ਕੋਈ emoluments ਹੈ, it doesn't matter whether you take those emoluments or not, आप वो emoluments लेते हैं नहीं लेते हैं, that doesn't matter। अगर आपके ऑर्डर में आ गए हैं तो वो आपका ऑफिस ऑफ प्रॉफिट में आ जाता है। अब आप ना हुण गल आंदी है 21 MLAs ਜਿਹੜੇ ਦਿੱਲੀ ਵਾਲੇ ਜਿਹੜੇ ਸੀ, ਤੇ ਉਹਨਾਂ ਦੇ ਆਰਡਰ ਵਿੱਚ ਕਲੀਅਰ ਲਿਖਿਆ ਹੈ ਕਿ ਉਹਨਾਂ ਨੂੰ ਆਫਿਸ ਯੂਜ਼ ਦੇ ਵਾਸਤੇ ਗੱਡੀ, ਸਰਕਾਰੀ ਗੱਡੀ ਦੀ ਜਾਏਗੀ, ਤੇ ਉਹਨਾਂ ਦੇ ਕਮਰੇ ਜਿਹੜੇ ਹੋਣਗੇ ਉਹ ਜਿਹੜੇ ਮੰਤਰੀ ਨੇ ਉਹਨਾਂ ਦੇ ਰੂਮ ਵਿੱਚ ਕਮਰੇ, ਆਫਿਸ ਉਹਨਾਂ ਦੇ ਮੰਤਰਾਲੇ ਵਿੱਚ ਕਮਰੇ ਹੋਣਗੇ। ਤੇ ਤੁਸੀਂ ਇਹ ਵੇਖੋ ਕਿ ਪਹਿਲਾਂ ਜਿਹੜੇ ਕਿਆ ਨਾਮ ਪਾਰਲੀਮੈਂਟ ਸੈਕਟਰੀ ਅਪਾਇੰਟ ਹੁੰਦੇ ਸੀ, ਉਹ ਪਾਰਲੀਮੈਂਟ ਸੈਕਟਰੀ ਹੁੰਦੇ ਸੀ ਟੂ CM, ਚੀਫ ਮਿਨਿਸਟਰ ਦੇ ਨਾਲ। ਤੇ ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਉਹਨਾਂ ਨੇ ਓਮਨ ਪਹਿਲਾਂ ਤੇ ਉਹਨਾਂ ਨੂੰ ਅਪਾਇੰਟ ਕਰ ਦਿੱਤਾ, ਤੇ ਬਾਅਦ ਵਿੱਚ ਜਿਹੜੀ ਹੈ ਨਾ ਇੱਕ ਬਿੱਲ ਆਏ ਦਿੱਲੀ ਵਿਧਾਨ ਸਭਾ ਵਿੱਚ, ਤੇ ਉਹਦੇ ਵਿੱਚ ਉਹਨਾਂ ਨੇ ਅਮੈਂਡਮੈਂਟ ਕੀਤਾ ਕਿ ਪਾਰਲੀਮੈਂਟ ਸੈਕਟਰੀ, ਚੀਫ ਮਿਨਿਸਟਰ ਐਂਡ ਮਿਨਿਸਟਰਸ, ਤੇ ਪਹਿਲਾਂ ਇਹਨਾਂ ਨੇ ਅਪਾਇੰਟਮੈਂਟ ਕਰ ਦਿੱਤਾ ਸੀ, ਬਾਅਦ ਵਿੱਚ ਅਮੈਂਡਮੈਂਟ ਲਾਏ। ਦੂਜੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਬਿੱਲ ਹੋਮ ਮਿਨਿਸਟਰ ਨੂੰ ਪਹਿਲਾਂ ਕੋਈ ਵੀ ਬਿੱਲ ਜਿਹੜਾ ਪਾਸ ਹੁੰਦਾ ਹੈ ਦਿੱਲੀ ਵਿੱਚ, ਤੇ ਉਹਦੇ ਉਹ ਬਿੱਲ ਦੇ ਉੱਤੇ ਪ੍ਰਾਇਰ ਪਰਮਿਸ਼ਨ ਜਿਹੜੀ ਹੈ ਸੈਂਟਰਲ ਗਵਰਨਮੈਂਟ ਦੀ ਲੈਣੀ ਜ਼ਰੂਰੀ ਹੈ, ਕਿਉਂਕਿ ਬਿਕॉज दिल्ली इज ए नेशनल टेरिटरी और ग्रेड C की स्टेट में आती है ये। तो जड़ी ग्रेड C की स्टेट है ਉਹਦੇ ਚ ਤੁਸੀਂ ਤੁਹਾਨੂੰ ਸੈਂਟਰਲ ਗਵਰਨਮੈਂਟ ਵਿੱਚ ਕੋਈ ਵੀ ਬਿੱਲ ਲਾਉਣ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਏਗੀ। ਇਹਨਾਂ ਨੇ ਪਰਮਿਸ਼ਨ ਨਹੀਂ ਲਿੱਤੀ ਸੀ। ਸਰ ਪਰ ਜੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਅਸੀਂ ਇਹਨਾਂ ਨੂੰ ਕੁਝ ਵੀ ਪੇ ਨਹੀਂ ਕਰ ਰਹੇ, ਜੇ ਉਹ ਵਹੀਕਲ ਯੂਜ਼ਸ ਵੀ ਕੱਢ ਦੇਣ, ਆਫਿਸ ਸਪੇਸ ਵੀ ਕੱਢ ਦੇਣ, ਕਿ ਫਿਰ ਵੀ ਇਹ ਆਫਿਸ ਆਫ ਪ੍ਰੋਫਿਟ ਦੇ ਅੰਡਰ ਆਊਗਾ? नहीं, और सुप्रीम कोर्ट ने साफ लिखा है जे ਤੁਹਾਨੂੰ एमोलूमेंट्स ਦਿੱਤੇ ਹੈ ਆਰਡਰ ਵਿੱਚ, ਭਾਵੇਂ ਤੁਸੀਂ लो ना लो, ठीक है, ਉਹ ਤੁਸੀਂ ਆਫਿਸ ਆਫ ਪ੍ਰੋਫਿਟ ਦੇ ਦਾਇਰੇ ਵਿੱਚ ਆਂਦੇ ਹੋ। ਤੇ ਜਿਹੜਾ ਪੋਜੀਸ਼ਨ ਆ ਫॉर ਐਗਜ਼ਾਮਪਲ ਪਾਰਲੀਮੈਂਟਰੀ ਸੈਕਟਰੀ ਦਾ ਅਹੁਦਾ, ਕੀ ਉਹ ਅਹੁਦਾ ਕੱਲਾ ਆਫਿਸ ਆਫ ਪ੍ਰੋਫਿਟ ਵਿੱਚ ਆਉਂਦਾ ਹੈ? ਨਹੀਂ, ਉਹਦਾ ਜਿਹੜਾ ਦਿੱਲੀ ਦੀ ਗੱਲ ਕਰੇ ਤੇ ਦਿੱਲੀ ਜੇ ਉਹਨਾਂ ਨੇ ਪਾਰਲੀਮੈਂਟ ਸੈਕਟਰੀ ਬਣਾਏ ਨੇ, ਇਹ ਇਲੀਗਲ ਹੈ, ਕਿਉਂਕਿ ਜਦੋਂ ਬਣਾਏ ਸੀ ਉਦੋਂ ਪ੍ਰਾਵਧਾਨ ਸੀ ਕਿ ਓਨਲੀ ਪਾਰਲੀਮੈਂਟ ਸੈਕਟਰੀ ਟੂ CM ਕੁਡ ਬੀ ਅਪਾਇੰਟਡ। ਓਕੇ, ਇੱਕ ਹੋਰ ਟੈਕਨੀਕਲ ਕੁਐਸਚਨ ਜਾਨਣਾ ਚਾਹੂੰਗਾ ਸਰ। ਕੱਲ ਵੀ ਅਸੀਂ ਇੱਥੇ ਡਿਬੇਟ ਕੀਤੀ ਸੀ, ਅੱਜ ਫਿਰ ਤੋਂ ਕਰ ਰਹੇ ਹਾਂ। ਇੰਡੀਆ 'ਚ ਵੀ ਕੱਲ ਡਿਬੇਟ ਚੱਲੀ, ਅੱਜ ਵੀ ਚੱਲੀਆਂ। ਦਿੱਲੀ ਨੂੰ ਪੰਜਾਬ ਜਾਂ ਗੁਜਰਾਤ ਜਾਂ ਹੋਰ ਕੇ ਸਟੇਟ ਨਾਲ ਕੰਪੇਅਰ ਕਰਨਾ ਸਹੀ ਹੋਊਗਾ? नहीं, वो सही गलत की गल नहीं है। केजरीवाल जी कुछ स्टेटा दे एग्जाम्पल दे रहे सी, पार्लियामेंट सैकटरी टू CM ने उथे इधर इन्होंने अपॉइंट किया पार्लियामेंट सैकटरी टू मिनिस्टर्स। और जेडी भी दिल्ली इंडिया की जिन्नी भी असैंबलीज ने उधर ये कैप है कि 10% जेडे MLA ने टोटल जो MLA ने उन्होंने 10% ही मंत्री बन सकते हैं। इन्होंने की किया, मंत्री तुल्य सुविधाएं देकर इन्होंने अपॉइंट किया। ओके, पर केजरीवाल साहब या आम आदमी पार्टी जो अपना पक्ष रखने ने कि दूजे स्टेट विच भी पार्लीमेंट सैकटरी हैगे ने, फिर दिल्ली असी जे अपॉइंट कीते आ ते ओ च प्रेसिडेंट नु या प्राइम मिनिस्टर नु की प्रॉब्लम है? कि ए पक्ष वैलिड है? नो, इट्स रॉन्ग। पक्ष जेड़ा है ना वैलिड नहीं है, क्योंकि तुसी जे तुसी अपॉइंट करने सी पहला तुसी सेंट्रल गवर्नमेंट नु अपना बिल बनांदे, बिल सेंट्रल गवर्नमेंट ਨੂੰ भेजना चाहिए सी कि जी ਅਸੀਂ ਜਿਹੜਾ अमेंडमेंट करना चाहते ने, ਅਸੀਂ चाहते ने कि पार्लियामेंट सैकटरी टू मिनिस्टर्स भी होने चाहिए, ते ਉਹ अगर प्रायर परमिशन लेंदे ਤਾਂ फिर बिल पास करदे ਤਾਂ ਉਹ प्रेसिडेंट ਦੇ ਕੋਲ जाता ਤਾਂ ਉਹ वैलिड ਹੁੰਦਾ। ਕੁੱਲ ਮਿਲਾ ਕੇ ਤੁਸੀਂ ਇਹ ਕਹਿ ਰਹੇ ਹੋ they did not follow the due process of law। ओके, ਤੁਸੀਂ ਇਹ ਕਹਿ ਰਹੇ ਜੋ ਸਰ ਕਿ ਇਦਾਂ ਦਾ ਬਿੱਲ ਲਿਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ
ਪ੍ਰਾਈਮ ਮਿਨਿਸਟਰ ਆਫਿਸ ਜਾਂ ਫਿਰ ਹੋਰ ਜਿੰਨੇ ਵੀ ਮੰਤਰਾਲੇ ਆ ਉਹਨਾਂ ਨਾਲ ਕੰਸਲਟ ਕਰਨਾ ਚਾਹੀਦਾ ਸੀ ਤੇ ਪ੍ਰਾਇਰ ਅਪਰੂਵਲ ਲੈਣੀ ਚਾਹੀਦੀ ਸੀ। ਨਹੀਂ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਨਹੀਂ, ਸੈਂਟਰਲ ਗਵਰਨਮੈਂਟ, ਬਿਕੋਜ਼ ਦਿੱਲੀ ਇਜ਼ ਯੂਨੀਅਨ ਟੈਰੀਟਰੀ ਤੇ ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹਦੇ ਕੋਲੋਂ ਪ੍ਰਾਇਰ ਪਰਮਿਸ਼ਨ ਲੈਣੀ ਜ਼ਰੂਰੀ ਹੈ। ਓਕੇ, ਮੇਰੇ ਨਾਲ ਕੁਝ ਹੋਰ ਵੀ ਪੈਨਲਿਸਟ ਜੁੜੇ ਹੋਏ ਨੇ। ਦਲਰਾਜ ਸਿੰਘ ਜੀ, ਜੇ ਤੁਸੀਂ ਐਡਵੋਕੇਟ ਸੁਨੀਲ ਕੁਮਾਰ ਜੀ ਜੋ ਕਿ ਸੁਪਰੀਮ ਕੋਰਟ ਦੇ ਲਾਇਰ ਨੇ, ਉਹਨਾਂ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਜੋ ਪਲੀਜ਼ ਗੋ ਹੈਡ। ਨਮਸਕਾਰ ਸੁਨੀਲ ਜੀ। ਨਮਸਕਾਰ ਜੀ। ਨਮਸਕਾਰ ਜੀ। ਦਲਰਾਜ ਸਿੰਘ ਜੀ, ਸੁਨੀਲ ਜੀ ਬੜੀ ਵਧੀਆ ਪੰਜਾਬੀ ਬੋਲਦੇ ਨੇ, ਜੇ ਤੁਸੀਂ ਪੰਜਾਬੀ ਚ ਕੁਐਸਚਨ ਪੁੱਛ ਲਓ ਤੇ ਆਲ ਐਪਰੀਸ਼ੀਏਟ ਇਟ। ਬਿਲਕੁਲ ਤੇ ਜੀ ਸੁਨੀਲ ਜੀ, ਮੈਂ ਬਸ ਇੰਨਾ ਕੀ ਪੁੱਛਣਾ ਚਾਹੁੰਦਾ ਸੀਗਾ ਕਿ ਕੱਲ ਤੋਂ ਬਹੁਤ ਜ਼ਿਆਦਾ ਜਿਹਦਾ ਰੌਲਾ ਪਿਆ ਹੋਇਆ ਹੈ ਇਹ 21 ਵਿਧਾਇਕਾਂ ਦਾ, ਤੁਹਾਨੂੰ ਕੀ ਲੱਗ ਰਿਹਾ ਕਿ ਹੁਣ 21 ਵਿਧਾਇਕਾਂ ਦਾ ਜਿਹੜਾ ਅੱਗੇ ਫਿਊਚਰ ਹੈ ਉਹ ਕੀ ਹੋਏਗਾ? ਕੀ ਉਹਨਾਂ ਦੀ ਡਿਸਕੁਆਲੀਫਿਕੇਸ਼ਨ ਹੋਏਗੀ ਅੱਗੇ? ਉਹਨਾਂ ਦੀ ਸਦਸਤਾ ਰੱਦ ਹੋਏਗੀ ਪੱਕਾ, ਬਿਕੋਜ਼ ਇਟਸ ਇਲੀਗਲ, ਔਰ ਰੱਦ ਹੋਣ ਦੇ ਬਾਅਦ 6 ਮਹੀਨੇ ਚ ਇਲੈਕਸ਼ਨ ਹੋਣਗੇ, ਬਾਈ ਇਲੈਕਸ਼ਨ। ਜੇ ਅਸੀਂ ਕੁਝ ਹੋਰ ਸਟੇਟ ਦੇ ਐਗਜ਼ਾਮਪਲ ਲਈਏ ਸੁਨੀਲ ਜੀ, ਉੱਥੇ ਵੀ ਇਦਾਂ ਅਮੈਂਡਮੈਂਟ ਹੋਈ ਸੀ, ਬਿੱਲ ਪ੍ਰੈਜ਼ੀਡੈਂਟ ਕੋਲ ਆਇਆ ਸੀ, ਬਿੱਲ ਰਿਜੈਕਟ ਵੀ ਹੋਇਆ ਸੀ, ਪਰ ਉੱਥੇ ਬਾਈ ਇਲੈਕਸ਼ਨ ਨਹੀਂ ਹੋਈ ਸੀ। ਕੀ ਇਹ ਗੱਲ ਸੱਚ ਆ? ਨਹੀਂ, ਬਾਈ ਇਲੈਕਸ਼ਨ ਤਾਂ ਹੋਏਗੀ ਸਰ। ਜੇ ਇਹਨਾਂ ਨੇ ਕੀ ਕੀਤਾ, ਪਹਿਲਾਂ ਇਹਨਾਂ ਨੂੰ ਅਪਾਇੰਟ ਕੀਤਾ, ਬਾਅਦ ਵਿੱਚ ਇਹ ਬਿੱਲ ਆਏ ਸੀ। आज ਜੇ ਉਹਨਾਂ ਦਾ ਸਟੇਟਸ ਵੇਖਿਆ ਜਾਏ 21 ਐਮਐਲਏ ਦਾ, ਤੇ ਉਹ ਇਲੀਗਲ ਹੈ। they have committed wrong, or now they are having office of profit। ਉਹਨਾਂ ਦੀ ਡਿਸਕੁਆਲੀਫਿਕੇਸ਼ਨ 13 ਮਾਰਚ 2015 ਤੋਂ ਹੋਊਗੀ ਜਾਂ ਫਿਰ ਕਰੰਟ ਡੇਟ ਤੋਂ ਹੋਊਗੀ? ਨਹੀਂ, ਜਦੋਂ ਉਹਨਾਂ ਦਾ ਅਪਾਇੰਟਮੈਂਟ ਹੋਇਆ ਸੀ। ਤੇ ਮੈਟਰ ਇਸ ਟਾਈਮ ਇਲੈਕਸ਼ਨ ਕਮਿਸ਼ਨ ਦੇ ਕੋਲ ਆ। ਜੇ ਇਲੈਕਸ਼ਨ ਕਮਿਸ਼ਨ ਦੇ ਕੋਲੋਂ 21 ਐਮਐਲਏਸ ਨੂੰ ਰੱਦ ਕੀਤਾ ਜਾਂਦਾ ਹੈ ਤੇ ਕੀ ਆਮ ਆਦਮੀ ਪਾਰਟੀ ਕੋਲ ਕੋਰਟ ਵਿੱਚ ਜਾਣ ਦੀ ਆਪਸ਼ਨ ਖੁੱਲੀ ਹੈਗੀ ਆ? ਨਹੀਂ, ਪਹਿਲਾਂ ਤੇ ਤੁਸੀਂ ਇਹ ਸਮਝੋ ਕਿ ਇਲੈਕਸ਼ਨ ਕਮਿਸ਼ਨ ਇਜ਼ ਐਨ ਐਡਵਾਈਜ਼ਰੀ ਬੋਡੀ। ਇਲੈਕਸ਼ਨ ਕਮਿਸ਼ਨ ਆਪਣਾ ਓਪੀਨੀਅਨ ਦੇ ਕੇ ਪ੍ਰੈਜ਼ੀਡੈਂਟ ਨੂੰ ਭੇਜੇਗੀ। ਹਾਂਜੀ, ਤੇ ਪ੍ਰੈਜ਼ੀਡੈਂਟ ਹੀ ਜਿਹੜਾ ਹੈ ਨਾ ਉਹਨਾਂ ਨੂੰ ਡਿਸਕੁਆਲੀਫਾਈ ਕਰ ਸਕਦਾ, ਨੰਬਰ 1। ਦੂਜਾ, ਇਹਨਾਂ ਦੇ ਕੋਲ ਸੁਪਰੀਮ ਕੋਰਟ ਜਾਣ ਦਾ ਰਸਤਾ ਹੈ, ਬਟ ਮੈਨੂੰ ਨਹੀਂ ਲੱਗਦਾ ਕਿ ਸੁਪਰੀਮ ਕੋਰਟ ਜਾਣ ਤੋਂ ਇਹਨਾਂ ਨੂੰ ਕੁਝ ਮਿਲੇਗਾ ਉੱਥੇ, ਬਿਕੋਜ਼ ਉਸ ਜਯਾ ਬੱਚਨ ਜਿਹੜਾ ਜਜਮੈਂਟ ਹੈ ਉਹ ਲੈਂਡਮਾਰਕ ਜਜਮੈਂਟ ਹੈ, ਔਰ ਉਹ ਵਾਲਾ ਜਜਮੈਂਟ ਜਿਹੜਾ ਹੈ ਇਹਨਾਂ ਦੇ ਉੱਤੇ ਪੂਰਾ ਅਪਲਾਈ ਹੁੰਦਾ ਹੈ। ਓਕੇ, ਇੱਕ ਕੁਐਸਚਨ ਹੋਰ ਪੁੱਛਣਾ ਚਾਹੂੰਗਾ ਸੁਨੀਲ ਜੀ। ਆਮ ਆਦਮੀ ਪਾਰਟੀ ਬਾਰ-ਬਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਆਫਿਸ ਅਲਾਟ ਨਹੀਂ ਕੀਤੇ ਸੀ, ਪਰ ਜੇ ਆਪਾਂ ਬੀਜੇਪੀ ਦੇ ਜੋ 3 ਐਮਐਲਏ ਆ ਉਹਨਾਂ ਦੀ ਗੱਲ ਕਰੀਏ ਤੇ ਉਹ ਕਹਿ ਰਹੇ ਸੀ ਕਿ ਇਹਨਾਂ ਆਫਿਸ ਅਲਾਟ ਕੀਤੇ ਸੀ, ਪਰ ਜੂਨ ਦੇ ਵਿੱਚ ਜਦੋਂ ਪਟੀਸ਼ਨ ਪਾਈ ਗਈ। ਮੇਰੇ ਕੋਲ ਆਰਡਰ ਹੈ, ਆਫਿਸ ਆਰਡਰ ਹੈ ਦਿੱਲੀ ਗਵਰਨਮੈਂਟ ਦਾ। ਉਹਦੇ ਚ ਲਿਖਿਆ ਸੀ, ਪਹਿਲਾਂ ਤੇ ਉਹਨਾਂ ਨੇ ਲਿਖਿਆ ਸੀ ਕਿ ਇਹਨਾਂ ਨੂੰ ਆਫੀਸ਼ੀਅਲ ਕਾਰ ਆਫਿਸ ਪਰਪਸ ਵੱਲੇ ਐਂਡ ਜਿਹੜਾ ਆਫਿਸ ਦਿੱਤਾ ਜਾਏਗਾ। ਫਿਰ ਉਹਨਾਂ ਨੇ ਇਹ ਰੂਮ ਨੰਬਰਸ ਵੀ ਅਲਾਟ ਕੀਤੇ ਸੀ ਟੂ ਐਵਰੀ ਐਮਐਲਏ। ਮੇਰੇ ਕੋਲ ਇੱਕ ਡਾਕੂਮੈਂਟ ਆਇਆ ਸੁਨੀਲ ਕੁਮਾਰ ਜੀ, ਜਿਹਦੇ ਵਿੱਚ ਮੈਂ ਫੇਸਬੁੱਕ ਤੇ ਵੀ ਸ਼ੇਅਰ ਕੀਤਾ ਸੀ। 21 ਐਮਐਲਏ ਦੀ ਲਿਸਟ ਆ, ਨਾਲ ਉਹਨਾਂ ਦੇ ਰੂਮ ਨੰਬਰਸ ਨੇ, ਤੇ ਤੁਸੀਂ ਕਹਿ ਰਹੇ ਜੋ ਉਹ ਐਗਜ਼ੈਕਟਲੀ ਸਹੀ ਆ। ਹੁਣ ਜੋ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਅਸੀਂ ਅਲਾਟ ਕਰ ਦਿੱਤੇ ਸੀ ਉਹਨਾਂ ਨੂੰ, ਪਰ ਜੋ ਹੁਣ ਆਮ ਆਦਮੀ ਪਾਰਟੀ ਕਹਿ ਰਹੀ ਆ ਅਸੀਂ ਰੂਮ ਨੰਬਰ ਅਲਾਟ ਨਹੀਂ ਕੀਤੇ ਸੀ, ਤੇ ਕੀ ਆਮ ਆਦਮੀ ਪਾਰਟੀ ਹੁਣ ਗਲਤ ਸਟੇਟਮੈਂਟ ਦੇ ਰਹੀ ਆ? ਸਰ ਝੂਠ ਹੈ, ਝੂਠ ਬੋਲ ਰਹੀ ਹੈ ਆਮ ਆਦਮੀ ਪਾਰਟੀ। ਓਕੇ, ਮੇਰੇ ਨਾਲ ਕੁਝ ਹੋਰ ਪੈਨਲਿਸਟ ਵੀ ਨੇ। ਸਬਦੀਸ਼ ਜੀ, ਜੇ ਤੁਸੀਂ ਕੁਝ ਕੁਐਸਚਨ ਪੁੱਛਣੇ ਚਾਹੋ ਸੁਨੀਲ ਕੁਮਾਰ ਜੀ ਨੂੰ। ਸਰ, ਪਹਿਲੀ ਸਰਕਾਰ ਜਦੋਂ ਬਣੀ ਅਸੈਂਬਲੀ ਦਿੱਲੀ ਦੇ ਵਿੱਚ ਸਾਹਿਬ ਸਿੰਘ ਹੋਰਾਂ ਦੀ ਅਗਵਾਈ 'ਚ, ਬੀਜੇਪੀ ਦੀ ਸਰਕਾਰ ਹੀ ਸੀ ਉਹ ਵੀ, ਉਦੋਂ ਵੀ ਪਾਰਲੀਮੈਂਟਰੀ ਸੈਕਟਰੀ ਇੱਕ ਰੱਖਿਆ ਗਿਆ ਸੀ। ਬੇਸ਼ੱਕ ਉਹ ਆਪੋਜੀਸ਼ਨ ਦੀ ਸਲਾਹ ਨਾਲ ਹੀ ਰੱਖਿਆ ਗਿਆ ਸੀ। ਫਿਰ ਮੈਡਮ ਵੀ ਰੱਖਦੇ ਰਹੇ ਨੇ 15 ਸਾਲਾਂ ਦੀ ਟਰਮ ਦੇ ਵਿੱਚ। ਇਸ ਵਾਰ ਹੀ ਕਿਉਂ ਇਹ ਇਸ਼ੂ ਬਣ ਗਿਆ ਕਿ ਨਹੀਂ ਰੱਖਿਆ ਜਾਵੇਗਾ? ਕੀ ਸਿਰਫ ਇਸ ਕਰਕੇ ਕਿ ਆਪੋਜੀਸ਼ਨ ਨਾਲ ਤੇ ਕੇਂਦਰ ਸਰਕਾਰ ਨਾਲ ਸਲਾਹ ਨਹੀਂ ਕੀਤੀ ਗਈ, ਸਿਰਫ ਇਸ ਵਜ੍ਹਾ ਕਰਕੇ? ਨਹੀਂ ਸਰ, ਗੱਲ ਇਹ ਹੈ ਇੰਡੀਆ ਇਸ ਰੂਲ ਆਫ ਲਾਅ ਲੱਗਦਾ ਹੈ।
ਕਿ ਤੁਸੀਂ ਚਾਹੇ ਕੇਜਰੀਵਾਲ ਹੋਵੇ, ਚਾਹੇ ਸ਼ੀਲਾ ਦੀਕਸ਼ਿਤ ਹੋਵੇ, ਚਾਹੇ ਸਾਹਿਬ ਸਿੰਘ ਵਰਮਾ ਹੋਵੇ, ਨੋਬਡੀ ਇਜ਼ ਅਬਵ ਦ ਲਾਅ। ਔਰ ਜਦੋਂ ਤੁਸੀਂ ਇੱਕ ਇਲੈਕਟਿਡ ਗਵਰਨਮੈਂਟ ਦੀ ਗੱਲ ਆਉਂਦੀ ਹੈ ਤੇ ਤੁਹਾਨੂੰ ਰੂਲ ਆਫ ਲਾਅ ਜਿਹੜਾ ਹੈ ਉਹ ਫੋਲੋ ਕਰਨਾ ਚਾਹੀਦਾ। ਦਿੱਲੀ ਐਕਟ ਵਿੱਚ ਐਨਸੀਟੀ ਗਵਰਨਮੈਂਟ ਆਫ ਐਨਸੀਟੀ ਦਿੱਲੀ ਐਕਟ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਪਾਰਲੀਮੈਂਟ ਸੈਕਟਰੀ ਟੂ ਸੀਐਮ ਬਣਾ ਸਕਦੇ ਹੋ। ਤੇ ਜਦੋਂ ਪਾਰਲੀਮੈਂਟ ਸੈਕਟਰੀ ਟੂ ਸੀਐਮ ਦਾ ਲਾਅ ਹੈ ਤੇ ਤੁਸੀਂ ਪਾਰਲੀਮੈਂਟ ਸੈਕਟਰੀ ਟੂ ਮਿਨਿਸਟਰ ਕਿੰਝ ਬਣਾ ਸਕਦੇ ਹੋ, ਇਹ ਦੱਸੋ ਤੁਸੀਂ ਮੈਨੂੰ। ਇਹ ਆਪਣੇ ਵਿੱਚ ਇਲੀਗਲ ਹੋ ਗਿਆ ਨਾ ਸਰ। ਔਰ ਜਿਹੜਾ ਤੁਸੀਂ ਅਮੈਂਡਮੈਂਟ ਕਰਦੇ ਹੋ, ਬਿੱਲ ਆਉਂਦੇ ਹੋ ਅਮੈਂਡਮੈਂਟ ਦਾ, ਉਹਦੇ ਵੱਲੋਂ ਤੁਸੀਂ ਸੈਂਟਰਲ ਗਵਰਨਮੈਂਟ ਵੱਲੋਂ ਪ੍ਰਾਇਰ ਪਰਮਿਸ਼ਨ ਨਹੀਂ ਲੈਂਦੇ, ਬਿਕੋਜ਼ ਦਿੱਲੀ ਇਜ਼ ਨਾਟ ਅ ਫੁੱਲ ਫਲੈਸ਼ ਸਟੇਟ। ਇਹ ਪੂਰਨ ਰਾਜ ਤੇ ਹੈ ਨਹੀਂ ਤੇ ਤੁਹਾਡੀ ਇਟ ਇਜ਼ ਡਿਊਟੀ। ਵਟ ਇਜ਼ ਦਾ ਪ੍ਰੋਬਲਮ? ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਕੇਜਰੀਵਾਲ ਨੂੰ ਇਲੈਕਟਿਡ ਚੀਫ ਮਿਨਿਸਟਰ ਹੈ, ਜੇ ਉਹ ਪਰਮਿਸ਼ਨ ਲੈ ਲੇ ਸੈਂਟਰਲ ਗਵਰਨਮੈਂਟ ਨੂੰ ਤਾਂ ਉਹਨੂੰ ਪ੍ਰੋਬਲਮ ਕੀ ਹੈ? ਸੁਨੀਲ ਜੀ, ਏਦਾਂ ਵੀ ਪੋਸੀਬਲ ਹੋ ਸਕਦਾ ਹੈ, ਕਈ ਲੀਡਰਾਂ ਨਾਲ ਮੇਰੀ ਗੱਲ ਹੋਈ ਹੈ ਆਮ ਆਦਮੀ ਪਾਰਟੀ ਦੇ, ਕਿ ਏਦਾਂ ਵੀ ਪੋਸੀਬਲ ਹੋ ਸਕਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ, ਉਹਨਾਂ ਨੂੰ ਸਮਝ ਨਹੀਂ ਸੀਗੀ ਕਿ ਏਦਾਂ ਨਹੀਂ ਅਪੁਆਇੰਟ ਕੀਤੇ ਜਾ ਸਕਦੇ। ਪਹਿਲੇ ਉਹਨਾਂ ਨੇ ਅਪੁਆਇੰਟ ਕਰ ਲਏ, ਮੁੜ ਕੇ ਜਦੋਂ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਕੱਢਿਆ ਤੇ ਫਿਰ ਉਹਨਾਂ ਨੇ ਜਲਦਬਾਜ਼ੀ ਦੇ ਵਿੱਚ ਦਿਲਰਾਜ ਜੀ, I have a question for you। ਜੀ ਉਹਨਾਂ ਨੇ ਦਿਲਰਾਜ ਜੀ ਸੁਣੋ, ਇੱਕ ਲਾਅ ਵਿੱਚ ਇੱਕ ਕੋਟੇਸ਼ਨ ਹੈ ਕਿ ਇਗਨੋਰੈਂਸ ਆਫ ਲਾਅ ਨੋ ਐਕਸਕਿਊਜ਼। ਔਰ ਇਲੈਕਟਿਡ ਗਵਰਨਮੈਂਟ ਤੇ ਐਕਸਕਿਊਜ਼ ਲੈ ਨਹੀਂ ਸਕਦੀ। ਜੇ ਤੁਸੀਂ ਦਿੱਲੀ ਚਲਾ ਰਹੇ ਹੋ ਤੇ ਤੁਹਾਡੇ ਕੋਲ ਬੜੇ ਜਿਹੜੇ ਸੋਲਿਸਿਟਰ ਜਨਰਲ ਨੇ, ਬੜੇ ਵਕੀਲ ਨੇ, ਤੁਸੀਂ ਉਹਨਾਂ ਦੇ ਕੋਲ ਰਾਏ ਲੈ ਸਕਦੇ ਹੋ। ਸਾਨੂੰ ਕਾਲਾਂ ਇਸ ਟਾਈਮ ਬਹੁਤ ਆ ਰਹੀਆਂ। ਮੈਂ ਥੋੜਾ ਜਿਹਾ ਦਰਸ਼ਕਾਂ ਨੂੰ ਇੱਥੇ ਬੇਨਤੀ ਕਰੂੰਗਾ ਕਿ ਅਸੀਂ ਕਾਲਾਂ ਜ਼ਰੂਰ ਲਵਾਂਗੇ, ਪਰ ਥੋੜੀ ਦੇਰ ਬਾਅਦ ਮੈਂ ਪਲੀਜ਼ ਅਨਾਉਂਸ ਕਰ ਦੂੰਗਾ, ਤੁਸੀਂ ਕਾਲਾਂ ਕਰ ਲਿਓ ਇਸ ਟਾਈਮ, ਕਿਉਂਕਿ ਸੁਨੀਲ ਕੁਮਾਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਸੁਪਰੀਮ ਕੋਰਟ ਦੇ ਲਾਇਰ ਨੇ। ਅਸੀਂ ਉਹਨਾਂ ਕੋਲ ਚਾਹੁੰਦੇ ਸੀ ਉਹਨਾਂ ਨਾਲ ਗੱਲਬਾਤ ਜ਼ਿਆਦਾ ਕਰ ਲਈਏ। ਜੇ ਪਲੀਜ਼ ਥੋੜੀ ਚਿਰ ਬਾਅਦ ਸਾਨੂੰ ਕਾਲਾਂ ਕਰ ਲਓ, ਆਈ ਰੀਅਲੀ ਅਪਰੀਸ਼ੀਏਟ ਇਟ, ਆਈ ਵਿਲ ਅਨਾਉਂਸ ਇਟ ਕਿ ਤੁਸੀਂ ਹੁਣ ਸਾਨੂੰ ਕਾਲਾਂ ਕਰ ਸਕਦੇ ਹੋ। ਪਰ ਸੁਨੀਲ ਜੀ, ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਮੋਦੀ ਸਾਹਿਬ ਜਾਂ ਕੇਜਰੀਵਾਲ ਸਾਹਿਬ ਦੇ ਵਿੱਚ ਆਪਸ ਵਿੱਚ ਖਿੱਚਾਤਾਣ ਚੱਲ ਰਹੀ ਸੀ, ਇਹ ਉਹਦਾ ਨਤੀਜਾ ਹੈ? ਨਹੀਂ, ਬਿਲਕੁਲ ਨਹੀਂ ਕਹਿ ਸਕਦੇ। ਇਹ ਦੇਖੋ, ਤੁਸੀਂ ਇਹ ਵੇਖੋ ਕਿ ਕੇਜਰੀਵਾਲ ਜੀ ਸਿਰਫ ਪਬਲਿਸਿਟੀ ਦੇ ਵਾਸਤੇ ਇਹ ਕਰ ਲੈ ਰਹੇ ਨੇ, ਠੀਕ ਹੈ। ਉਹ ਚਾਹ ਰਹੇ ਨੇ ਕਿ ਹੁਣ ਉਹਨਾਂ ਨੂੰ ਦਿੱਲੀ ਦੀ ਸਲਤਨਤ ਮਿਲ ਗਈ ਹੈ ਤੇ ਉਹ ਚਾਹ ਰਹੇ ਨੇ ਪ੍ਰਧਾਨ ਮੰਤਰੀ ਬਣਨ ਵਾਸਤੇ। ਅਰੇ ਪਹਿਲਾਂ ਤੁਸੀਂ ਦਿੱਲੀ ਦਾ ਤੇ ਵਿਕਾਸ ਕਰੋ। ਦਿੱਲੀ ਦੇ ਲੋਕਾਂ ਨੇ ਤੁਹਾਨੂੰ ਫੁੱਲ ਮੈਜੋਰਿਟੀ ਦਿੱਤੀ ਹੈ, ਅਨਪ੍ਰੈਸਿਡੈਂਟਡ ਮੈਜੋਰਿਟੀ ਦਿੱਤੀ ਹੈ। ਹਿਸਟਰੀ 'ਚ ਇਤਨੀ ਅੱਛੀ ਮੈਜੋਰਿਟੀ ਨਹੀਂ ਮਿਲੀ ਤੇ ਤੁਹਾਨੂੰ ਮੈਜੋਰਿਟੀ ਦਿੱਤੀ ਤਾਂ ਤੁਸੀਂ ਕੰਮ ਕਰੋ। ਔਰ ਕੰਮ ਕਰਨ ਦੇ ਕਿਉਂਕਿ ਬਿਕੋਜ਼ ਕੰਮ ਨਹੀਂ ਕਰ ਸਕਦੇ ਇਹ ਲੋਕ। ਅਰੇ ਕੰਮ ਨਹੀਂ ਕਰ ਸਕਦੇ ਤੇ ਐਕਸਪੀਰੀਅੰਸ ਨਹੀਂ ਹੈ ਤਾਂ ਤੁਸੀਂ ਐਕਸਪੀਰੀਅੰਸ ਲੈ ਲਓ। ਪਰ ਮੋਦੀ ਨਾਲ, ਸੈਂਟਰਲ ਗਵਰਨਮੈਂਟ ਨਾਲ ਲੜਨਾ, ਆਈ ਡੋਂਟ ਥਿੰਕ ਇਟਸ ਅ ਗੁੱਡ ਥਿੰਗ। ਸੀਐਮ ਤੁਸੀਂ ਕੰਮ ਕਰੋ ਦਿੱਲੀ ਦਾ। ਉਹਨਾਂ ਦੀ ਨਜ਼ਰਾਂ ਹੁਣ ਪੰਜਾਬ ਇਲੈਕਸ਼ਨ ਵਿੱਚ ਹੈ। ਉਹ ਚਾਹ ਰਹੇ ਨੇ ਕਿ ਪੰਜਾਬ ਦੀ ਸਿੰਪੈਥੀ ਲੈ ਕੇ ਉਹ ਵੀ ਉੱਥੇ ਵੀ ਇਲੈਕਸ਼ਨ जीत ਜਾਣ। ਅਰੇ ਪਹਿਲਾਂ ਤੁਸੀਂ ਦਿੱਲੀ ਦਾ ਤਾਂ ਕੰਮ ਕਰੋ, ਦਿੱਲੀ ਦਾ ਤੇ ਵਿਕਾਸ ਕਰੋ। ਸਰ ਤੁਹਾਡੀ ਹੁਣ ਲੇਟੈਸਟ ਗੱਲ ਤੋਂ ਇੰਜ ਲੱਗਣ ਲੱਗਿਆ ਜਿਵੇਂ ਤੁਸੀਂ ਵੀ ਬੀਜੇਪੀ ਨੂੰ ਇੱਕ ਪੋਲੀਟੀਕਲ ਬਿਆਨ ਦੇ ਰਹੇ ਹੋ। ਇੱਕ ਪਾਰਟੀ ਇਸ ਤਰ੍ਹਾਂ ਦੇ ਐਲਾਨ ਆਲਰੇਡੀ ਕਰ ਚੁੱਕੀ ਹੈ, ਆਮ ਆਦਮੀ ਪਾਰਟੀ। ਮੈਂ ਕੋਈ ਉਹਦੇ ਬਹੁਤਾ ਹੱਕ 'ਚ ਨਹੀਂ, ਪਰ ਇੱਕ ਤੱਥ ਦੇ ਤੌਰ ਤੇ ਗੱਲ ਕਰਨੀ ਚਾਹੁੰਦਾ ਕਿ ਉਹ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨ ਲੜਨਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਗੋਆ ਅਨਾਉਂਸ ਕੀਤਾ। ਇਸ ਬਾਕੀ ਦੇਸ਼ ਦੇ ਵਿੱਚ ਤਾਂ ਹਾਲੇ ਆਮ ਆਦਮੀ ਪਾਰਟੀ ਚੋਣਾਂ ਲੜਨ ਲਈ ਵੀ ਤਿਆਰ ਨਹੀਂ ਹੈ। ਪਿਛਲੀ ਲੋਕ ਸਭਾ ਦੇ ਤਜਰਬੇ ਤੋਂ ਸਬਕ ਸਿੱਖ ਕੇ ਜਿਹਦੇ 'ਚ ਬੁਰੀ ਤਰ੍ਹਾਂ ਉਹਨਾਂ ਨੂੰ ਹਾਰ ਹੋਈ। ਆਪਾਂ ਜਿਹੜਾ ਬੰਦਾ 3 ਸਟੇਟਾਂ 'ਚ ਚੋਣਾਂ ਲੜਨ ਬਾਰੇ ਹੀ ਹਾਲੇ ਸੋਚ ਰਿਹਾ, ਉਹਦੇ ਤੇ ਇਹ ਇਲਜ਼ਾਮ ਕਿਵੇਂ ਲਾ ਸਕਦੇ ਆ ਕਿ ਉਹ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ? ਸਰ 2019 ਜਿਹੜਾ ਲੋਕ ਸਭਾ ਚੁਣਾਵ ਨੇ, ਇਹਨਾਂ ਨੇ ਪਿਛਲੀ ਵਾਰੀ ਵੀ ਜਿਹੜੀ ਪੂਰੀ ਦੇਸ਼ ਵਿੱਚ ਇਲੈਕਸ਼ਨ ਲੜੇ ਸੀ, ਸੀਟਾਂ ਕਮ ਸੀ ਪਰ ਇਲੈਕਸ਼ਨ ਲੜੇ ਸੀ। ਮੈਨੂੰ ਤੁਸੀਂ ਦੱਸੋ, ਦਿੱਲੀ ਦਾ ਕੰਮ ਹੋ ਰਿਹਾ ਹੈ ਤੇ ਤੁਸੀਂ ਐਡ ਜਿਹੜੀ ਪੰਜਾਬ ਵਿੱਚ ਦੇ ਰਹੇ ਹੋ। ਤੁਸੀਂ ਜਿਹੜਾ ਟੈਕਸ ਪੇਅਰਸ ਦੀ ਮਨੀ ਹੈ ਉਹਨੂੰ ਬਰਬਾਦ ਕਰ ਰਹੇ ਹੋ। ਔਰ ਇਲੀਗਲ ਕੰਮ ਕਰ ਰਹੇ ਤੁਸੀਂ।
ਇਹ ਕੇਜਰੀਵਾਲ ਜੀ ਨੇ ਰਿਪਬਲਿਕ ਡੇ ਹੋ ਰਿਹਾ ਸੀ ਤੇ ਕਹਿ ਰਿਹਾ ਕੀ ਹੁੰਦਾ ਰਿਪਬਲਿਕ ਡੇ। ਇਹੋ ਜਿਹੀ ਗੱਲ ਆ ਸੀਐਮ ਨੂੰ ਨਹੀਂ ਅੱਛੀ ਲੱਗਦੀ। ਸੁਨੀਲ ਜੀ ਸਾਡੇ ਨਾਲ ਜੌਲ ਜੀ ਵੀ ਜੁੜੇ ਹੋਏ ਆ। ਜੌਲ ਜੀ ਕੀ ਤੁਸੀਂ ਸੁਨੀਲ ਜੀ ਨੂੰ ਕੋਈ ਕੁਐਸਚਨ ਪੁੱਛਣਾ ਚਾਹੋਗੇ? ਹਾਂਜੀ ਸੁਨੀਲ ਜੀ ਮੇਰਾ ਇੱਕ ਕੁਐਸਚਨ ਇਹ ਹੈ ਹਾਂਜੀ ਸੁਨੀਲ ਜੀ ਮੇਰਾ ਇੱਕ ਕੁਐਸਚਨ ਇਹ ਹੈ, ਤੁਸੀਂ ਹੁਣੇ ਜ਼ਿਕਰ ਕੀਤਾ ਸੀ ਵੀ ਲਾਅ ਨੂੰ ਕੋਈ ਵੀ ਤੋੜ ਨਹੀਂ ਸਕਦਾ। ਅਸੀਂ ਬਿਲਕੁਲ ਤੁਹਾਡੇ ਨਾਲ ਐਗਰੀ ਕਰਦੇ ਹਾਂ, ਪਰ ਇੱਥੇ ਮੈਂ ਇੱਕ ਗੱਲ ਤੁਹਾਡੇ ਨੂੰ ਕੁਐਸਚਨ ਪੁੱਛਦਾ ਵੀ ਜੇ ਤੁਸੀਂ ਜਿਵੇਂ ਕਿਹਾ ਕਿ ਅਮੈਂਡਮੈਂਟ ਲਈ ਜੇ ਅਸੀਂ ਸੈਂਟਰਲ ਗਵਰਨਮੈਂਟ ਤੋਂ ਮਨਜ਼ੂਰੀ ਲੈ ਲੈਂਦੇ ਤਾਂ ਉਹ ਮਨਜ਼ੂਰੀ ਦਿੰਦੇ ਪਾਰਲੀਮੈਂਟਰੀ ਸੈਕਟਰੀ ਲਈ, ਤਾਂ ਕੀ ਤੁਸੀਂ ਸਮਝਦੇ ਹੋ ਵੀ ਫਿਰ ਉਹ ਲਾਅ ਜਿਹੜਾ ਉਹ ਚੇਂਜ ਹੋ ਜਾਂਦਾ ਜਾਂ ਲਾਅ 'ਚ ਅਮੈਂਡਮੈਂਟ ਹੋ ਜਾਂਦੀ ਜਾਂ ਲਾਅ ਉਹ ਠੀਕ ਹੋ ਜਾਂਦਾ? ਜਿਸ ਵਿੱਚ ਤੁਸੀਂ ਆਪਾਂ ਕਹਿ ਰਹੇ ਹਾਂ ਕਿ ਲਾਅ ਜਿਹੜਾ ਤੋੜ ਦਿੱਤਾ ਗਿਆ, ਲਾਅ ਬ੍ਰੇਕ ਹੋ ਗਿਆ, ਤੇ ਮੈਂ ਨਹੀਂ ਸਮਝਦਾ ਕਿ ਇੱਕ ਐਗਜ਼ੈਕਟਿਵ ਜੋ ਮਿਨਿਸਟਰੀ ਜਿਹੜੀ ਕੈਬਨਿਟ ਆ ਉਹਦੀ ਇੱਕ ਰਿਕਮੈਂਡੇਸ਼ਨ ਦੇ ਨਾਲ ਉਸ ਲਾਅ ਨੂੰ, ਉਸ ਸੰਵਿਧਾਨ ਦੇ, ਉਸ ਕੌਂਸਟੀਟਿਊਸ਼ਨ ਦੇ ਉਸ ਕਲਾਜ਼ ਨੂੰ ਤੋੜਿਆ ਜਾ ਸਕਦਾ। ਫਿਰ ਵੀ ਤੋੜਿਆ ਨਹੀਂ ਸੀ ਜਾ ਸਕਦਾ। ਉਹ ਲਾਅ ਨੂੰ ਕੋਈ ਕੈਬਨਿਟ ਨਹੀਂ ਤੋੜ ਸਕਦੀ, ਕੋਈ ਉਹਨੂੰ ਐਕਸਟਰਾ ਐਡੀਸ਼ਨਲ ਕੋਈ ਪ੍ਰਿਵਿਲੇਜ ਦੇ ਕੇ ਨਹੀਂ ਤੋੜਿਆ ਜਾ ਸਕਦਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਕੌਂਸਟੀਟਿਊਸ਼ਨ ਦੇ ਅਗੇਂਸਟ ਹੈ ਗੱਲ। ਪਾਰਲੀਮੈਂਟਰੀ ਸੈਕਟਰੀ ਨਹੀਂ ਸੀ ਬਣਨੇ ਚਾਹੀਦੇ, ਉਹ ਇੱਕੋ ਹੀ ਹੁੰਦਾ ਜਿਹੜਾ ਪਾਰਲੀਮੈਂਟਰੀ ਸੈਕਟਰੀ ਆ ਚੀਫ ਮਿਨਿਸਟਰ। ਪਰ ਇੱਥੇ ਇਹ ਗੱਲ ਮੈਂ ਕਹੂੰਗਾ ਤੁਹਾਨੂੰ ਕਿ ਜੇ ਤੁਸੀਂ ਇਹ ਆਪਾਂ ਇਹ ਲੱਭਦੇ ਹਾਂ ਵੀ ਇਹਦਾ ਇਸ ਇੱਕ ਹੋਰ ਹੱਲ ਹੋ ਸਕਦਾ ਸੀ ਵੀ ਉਹਨਾਂ ਨੇ ਲੇਟਰ ਫੋਰ ਦੇ ਨਾਲ ਅਮੈਂਡਮੈਂਟ ਲਈ ਟਰਾਈ ਕੀਤੀ, ਪਰ ਉਹਨਾਂ ਨੂੰ ਉਹ ਜਿਹੜੀ ਉਹਨਾਂ ਨੇ ਰੱਦ ਕਰ ਦਿੱਤਾ, ਉਹਨੂੰ ਨਹੀਂ ਮੰਨਿਆ। ਪਰ ਕੀ ਤੁਸੀਂ ਸਰ ਮੈਂ ਸਰ ਇੱਕ ਕੁਐਸਚਨ ਜਿਹੜਾ ਹੈ ਨਾ ਮੈਂ ਆਪਣੇ ਆਪ ਤੋਂ ਪੁੱਛ ਰਿਹਾ ਕਿ ਇਹਨਾਂ ਨੂੰ 21 ਪਾਰਲੀਮੈਂਟਰੀ ਸੈਕਟਰੀ ਬਣਾਉਣ ਦੀ ਲੋੜ ਕੀ ਪੜੀ? ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦੇ ਮਿਨਿਸਟਰ ਜਿਹੜੇ ਸੀ ਉਹ ਇਨਐਫੀਸ਼ੀਐਂਟ ਨੇ, ਕੀ ਮਿਨਿਸਟਰ ਕੰਮ ਨਹੀਂ ਕਰ ਪਾ ਰਹੇ ਸੀ? ਨੰਬਰ 1। ਨੰਬਰ 2, ਪੀਪਲ ਆਰ ਸੇਇੰਗ ਕਿ ਇਹਨਾਂ ਨੇ ਲੋਭ ਲਾਲਚ ਜਿਹੜਾ ਹੈ ਨਾ ਉਹਨਾਂ ਨੂੰ, ਕਿਉਂਕਿ ਧੀਰੇ ਧੀਰੇ ਇਸ ਪਾਰਟੀ 'ਚ ਇੱਕ ਵਿਦਰੋਹ ਆ ਰਿਹਾ ਸੀ ਕਿ ਬਈ ਜਿਹੜੇ ਹੋਰ ਐਮਐਲਏ ਸੀ ਕਿ ਉਹ ਕਹਿ ਰਹੇ ਸੀ ਸਾਨੂੰ ਵੀ ਕੁਝ ਗੱਡੀਆਂ ਲਾਲ ਬੱਤੀ ਵਾਲੀ ਗੱਡੀਆਂ ਦਿਓ, ਤੇ ਉਹਨਾਂ ਨੂੰ ਜਸਟ ਐਡਜਸਟ ਕਰਨ ਵਾਸਤੇ, ਉਹਨਾਂ ਨੂੰ ਸਿਰਫ ਚੁੱਪ ਕਰਨ ਵਾਸਤੇ ਇਹਨਾਂ ਨੇ ਕੀਤਾ। ਮੈਂ ਇੱਕ ਕੁਐਸਚਨ ਪੁੱਛਦਾ ਕਿ ਉਹਨਾਂ ਨੂੰ ਪਾਰਲੀਮੈਂਟਰੀ ਸੈਕਟਰੀ ਬਣਾਉਣ ਦੀ ਕੀ ਲੋੜ ਸੀ ਜਦੋਂ ਆਲਰੇਡੀ ਮੰਤਰੀ ਨੇ, ਚੀਫ ਮਿਨਿਸਟਰ ਇੱਥੇ ਹੈ, ਡਿਪਟੀ ਚੀਫ ਮਿਨਿਸਟਰ ਇੱਥੇ ਹੈ, ਤੇ ਇਹਨਾਂ ਨੂੰ ਪਾਰਲੀਮੈਂਟਰੀ ਸੈਕਟਰੀ ਬਣਾਉਣ ਦੀ ਕੀ ਲੋੜ ਆਈ? ਔਰ ਪਾਰਲੀਮੈਂਟਰੀ ਸੈਕਟਰੀ ਟੂ ਮਿਨਿਸਟਰਸ। ਇੱਥੇ ਤੁਹਾਡੀ ਗੱਲ ਬਿਲਕੁਲ ਸੁਨੀਲ ਜੀ ਬਿਲਕੁਲ ਦਰੁਸਤ ਹੈ ਇਹ ਗੱਲ, ਅਸੀਂ ਇਹਦੇ ਨਾਲ ਸਹਿਮਤ ਹਾਂ। ਪਰ ਇੱਥੇ ਮਸਲਾ ਇਹ ਪੈਦਾ ਹੁੰਦਾ ਕਿ ਕੀ ਸੈਂਟਰਲ ਗਵਰਨਮੈਂਟ ਹਮੇਸ਼ਾ ਇਹਨਾਂ ਗੱਲਾਂ ਦੀ ਪਾਲਣਾ ਕਰਦੀ ਆ ਰਹੀ ਹੈ? ਅਰੁਣ ਜੇਤਲੀ ਅੰਮ੍ਰਿਤਸਰ ਦੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਹਾਰ ਗਏ, ਪਰ ਉਹਨਾਂ ਨੂੰ ਇਹਨਾਂ ਨੇ ਫਾਈਨੈਂਸ ਦਾ ਡਿਪਾਰਟਮੈਂਟ ਦਿੱਤਾ। ਕੀ ਬੀਜੇਪੀ ਦੇ ਕੋਲੇ ਕੋਈ ਹੋਰ ਇਹੋ ਜਿਹੇ ਕਾਬਲ ਮੰਤਰੀ ਹੈ ਨਹੀਂ ਸੀ ਜਿਹਨਾਂ ਨੂੰ ਫਾਈਨੈਂਸ ਦਾ ਡਿਪਾਰਟਮੈਂਟ ਦਿੱਤਾ ਜਾਂਦਾ? ਇਹ ਜੋ ਕੁਛ ਵੀ ਹੋ ਰਿਹਾ ਇਹ ਉਹਨਾਂ ਦੇ ਆਪਣੀ ਜੁਰਿਸਡਿਕਸ਼ਨ ਦੇ ਵਿੱਚ ਹੁੰਦੀ ਹੈ। ਪਾਵਰ ਜਿਹੜੀ ਆ ਉਹ ਪਾਵਰ ਦਾ ਇਸਤੇਮਾਲ ਕਰਦੇ ਨੇ ਸਾਰੇ ਹੀ। ਮੈਂ ਇਹ ਨਹੀਂ ਕਹਿੰਦਾ ਵੀ ਉਹ ਠੀਕ ਆ। ਕੇਜਰੀਵਾਲ ਨਹੀਂ ਸਰ ਮੈਂ ਇੱਕ ਚੀਜ਼, आई एम नॉट डिफेंडिंग एनीबडी, बट मैं कह रहा कि एक कॉन्स्टिट्यूशन इज एक प्रोविजन है कि जे कोई लोक सभा का इलेक्शन हार भी जाए तो उन्होंने तू मंत्री बना के राज्य सभा तो ला के मंत्री बन सकता है। ठीक है 6 महीने अंदर तुसी उन्होंने राज्य सभा तो ले आओ ते ओदी मंत्रीशिप जो वैलिड है। हाँ जी। और दूसरी गल ये है कि दूजी गल ये है कि भाई वो एफिशिएंट है या नहीं है, वो बीजेपी का अंदरूनी मामला है। वो किसनू बनाने ने किसनू बना वो साडे कोल नहीं है कुछ भी। सुनील जी एक और टेक्निकल क्वेश्चन है जो मैं इत्थे ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗਾ। ਜੇ ਇਹਨਾਂ ਐਮਐਲਏਸ ਦੀ ਐਮਐਲਏਸ ਨੂੰ ਰੱਦ ਕੀਤਾ ਜਾਂਦਾ, ਡਿਸਕੁਆਲੀਫਾਈ ਕੀਤਾ ਜਾਂਦਾ ਤੇ ਇਹ ਗੱਲ ਦਾ ਤੁਸੀਂ ਜਵਾਬ ਦੇ ਚੁੱਕੇ ਜੋ 13 ਮਾਰਚ ਤੋਂ ਕੀਤਾ ਜਾਏਗਾ, ਪਰ ਕੀ ਇਹਨਾਂ ਨੂੰ ਜਿਹੜੀ ਉਹਨਾਂ ਤੋਂ ਸੈਲਰੀ ਮਿਲ ਰਹੀ ਆ ਉਹ ਵੀ ਇਹਨਾਂ ਤੋਂ ਰਿਕਵਰ ਕੀਤੀ ਜਾਊਗੀ? नहीं देखो गल ये है कि रिकवरी का प्रोविजन तो ऐसा कोई है नहीं। हेलो हाँ जी मैं सुन रहा हूं। रिकवरी का कोई प्रोविजन नहीं है, बट गवर्नमेंट चाहे तो कर सकती है। गवर्नमेंट का प्रेरोगेटिव है, गवर्नमेंट कैन डू दैट। थैंक यू सुनील जी, तुसीं आज साडे नाल जुड़े
ਤੇ ਇੰਨੀ ਕੀਮਤੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਇਹਦੇ ਵਾਸਤੇ ਅਸੀਂ ਤੁਹਾਡੇ ਧੰਨਵਾਦੀ ਹਾਂ। ਓਕੇ ਜੀ, ਵੈਲਕਮ ਜੀ। ਥੈਂਕ ਯੂ ਸਰ। ਦਿਲਰਾਜ ਜੀ, ਸਬਦੀਸ਼ ਜੀ, ਜੌਲ ਸਾਹਿਬ ਤੇ ਸ਼ਾਇਦ ਮੇਰੇ ਨਾਲ ਅਜੀਤ ਜੀ ਤੇ ਵਿਕਾਸ ਜੀ ਵੀ ਜੁੜੇ ਹੋਏ ਨੇ। ਜੇ ਅਜੀਤ ਜੀ ਤੇ ਵਿਕਾਸ ਜੀ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਦੋਵਾਂ ਨੂੰ ਮੌਕਾ ਨਹੀਂ ਮਿਲਿਆ, ਮੈਂ ਚਾਹੂੰਗਾ ਅਜੀਤ ਜੀ ਤੇ ਵਿਕਾਸ ਜੀ ਜਰੂਰ ਆਪਣੇ ਕਮੈਂਟ ਅੱਗੇ ਰੱਖਣ। ਤੇ ਕਾਲਰ ਵੀ ਜੇ ਹੁਣ ਕਾਲ ਕਰਨਾ ਚਾਹੇ ਤੇ ਕਾਲ ਕਰ ਸਕਦੇ ਨੇ। ਹਰਪ੍ਰੀਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ, ਬਿਲਕੁਲ ਵਧੀਆ ਆ ਰਹੀ ਹੈ ਸਰ। ਠੀਕ ਹੈ ਹਰਪ੍ਰੀਤ ਜੀ, ਇਹ ਸਾਰੇ ਮਸਲੇ ਦੇ ਵਿੱਚ ਇੱਕ ਸੋਚ ਆਮ ਆਦਮੀ ਪਾਰਟੀ ਦੀ ਕੰਮ ਕਰ ਗਈ ਕਿ ਉਹਨਾਂ ਨੂੰ ਇਹ ਲੱਗਿਆ ਕਿ ਸਾਨੂੰ ਬਹੁਤ ਜ਼ਿਆਦਾ ਲੋਕਾਂ ਦਾ ਸਹਿਯੋਗ ਮਿਲਿਆ, ਬਹੁਤ ਵੱਡੀ ਮੈਜੋਰਿਟੀ ਬਣੀ ਹੈ, ਉਹਦੇ ਨਾਲ ਸ਼ਾਇਦ ਉਹ ਜਿਹੜੀਆਂ ਸੰਵਿਧਾਨਕ ਬਰੀਕੀਆਂ ਨੇ ਉਹਨਾਂ ਵੱਲ ਉਹਨਾਂ ਨੇ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕਿ ਸਾਡੀ ਵੀ ਕੁਝ ਲਿਮਿਟੇਸ਼ਨਸ ਹੈਗੀਆਂ ਨੇ, ਸਾਨੂੰ ਵੀ ਕਿਸੇ ਹੱਦ 'ਚ ਰਹਿ ਕੇ ਕੰਮ ਕਰਨਾ ਪੈਣਾ। ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਨਾ MLA ਨੂੰ ਕੰਮ ਲਾ ਦਈਏ। ਮੈਨੂੰ ਬਹੁਤਾ ਇਹ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਪਰਖ ਦੇਣ ਵਾਸਤੇ ਹੀ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੂੰ ਇਹ ਉਹਦੇ ਭਾਵੇਂ ਉਹਨਾਂ ਨੂੰ ਕੰਮ ਦੇਣ ਵਾਸਤੇ ਹੀ ਕਈ ਦਿੱਤੇ ਹੋਣ, ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਤੁਸੀਂ ਸੰਵਿਧਾਨਕ ਬੰਦਿਸ਼ਾਂ ਤੋਂ ਬਾਹਰ ਜਾ ਕੇ ਸਭ ਕੁਝ ਮਨਮਰਜ਼ੀ ਨਾਲ ਇਹ ਕਰਨਾ ਹੈ ਤਾਂ ਜਿਹੜਾ ਗਵਰਨਮੈਂਟ ਦਾ ਇੱਕ ਸਿਸਟਮ ਚੱਲਿਆ ਹੋਇਆ, ਗਵਰਨਮੈਂਟ ਕਿਸੇ ਕਾਨੂੰਨ 'ਚ ਬੰਨ੍ਹ ਕੇ ਬਣਦੀ ਹੈ, ਉਹਨਾਂ ਕਾਨੂੰਨਾਂ ਦਾ ਕੀ ਬਣੇਗਾ? ਕੱਲ ਨੂੰ ਕੋਈ ਹੋਰ ਬੰਦਾ ਕਹੇ ਮੈਂ ਇਹਦੇ ਨਾਲੋਂ ਵੀ ਜ਼ਿਆਦਾ ਇਮਾਨਦਾਰ ਹਾਂ ਪਰ ਮੈਂ ਸਾਰੀਆਂ ਕਾਨੂੰਨੀ ਹੱਦਾਂ ਤੋੜ ਕੇ ਕੰਮ ਕਰਨਾ ਪਸੰਦ ਕਰੂੰਗਾ। ਇਸ ਤਰ੍ਹਾਂ ਦਾ ਸਰਕਾਰਾਂ ਨਹੀਂ ਨਾ ਚੱਲ ਸਕਦੀਆਂ। ਅਜੀਤ ਜੀ, ਤੁਸੀਂ ਦੇਖਿਆ ਹੋਣਾ ਵਾ ਕਿ ਜਦੋਂ ਵੀ ਸਾਡੀ ਡਿਬੇਟ ਤੇ ਕੋਈ ਬੰਦਾ ਕਿ ਆਂਦਾ ਵਾ ਮੈਂ ਇਮਾਨਦਾਰ ਆ, ਮੈਂ ਓਨੈਸਟ ਆ, ਮੈਂ ਉਸ ਗੱਲ ਨੂੰ ਹਮੇਸ਼ਾ ਟੋਕਦਾ ਹੁੰਦਾ ਵਾਂ, ਕਿਉਂਕਿ ਆਪਣੀ ਇਮਾਨਦਾਰੀ ਦਾ, ਆਪਣੀ ਓਨੈਸਟੀ ਦਾ ਤੁਸੀਂ ਆਪ ਬੋਲ ਕੇ ਸਬੂਤ ਨਾ ਦਿਓ, ਲੋਕਾਂ ਨੂੰ ਬੋਲਣ ਦਿਓ। ਸਬਦੀਸ਼ ਜੀ, ਤੁਸੀਂ ਇਸ ਪੂਰੇ ਵਾਕਿਆ ਤੇ ਸੁਪਰੀਮ ਕੋਰਟ ਦੇ ਲਾਇਰ ਤੇ ਬਾਅਦ ਉਹਨਾਂ ਦੇ ਸਟੇਟਮੈਂਟ ਦੇਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ? ਦੇਖੋ ਹਰਪ੍ਰੀਤ ਜੀ, ਸਵਾਲ ਬੇਸਿਕ ਇਹ ਹੈ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਡਾ ਦਾਅਵਾ ਇਹ ਕਰਦੀ ਹੈ ਕਿ ਉਹ ਸਾਰਿਆਂ ਨਾਲੋਂ ਨੈਤਿਕ ਪਾਰਟੀ ਆ, ਸਾਰਿਆਂ ਨਾਲੋਂ ਓਨੈਸਟ ਪਾਰਟੀ ਹੈ। ਤੇ ਓਨੈਸਟੀ ਦਾ ਮਿਆਰ ਇਹ ਨਹੀਂ ਹੈ ਕਿ ਤੁਸੀਂ ਆਪਣੀ ਮਨਮਾਨੀ ਕਰ ਸਕਦੇ ਹੋ, ਤੁਸੀਂ ਇਸ ਆਧਾਰ ਦੇ ਉੱਤੇ ਕੋਈ ਮਨਮਾਨੀ ਨਹੀਂ ਕਰ ਸਕਦੇ ਕਿ ਤੁਹਾਡੇ ਕੋਲੇ ਇੰਨੀ ਬਹੁ ਗਿਣਤੀ ਆ, ਤੁਹਾਨੂੰ 67 MLA ਲੋਕਾਂ ਨੇ ਦਿੱਤੇ ਆ। ਓਨੈਸਟੀ ਸ਼ੋਅ ਕਰਨ ਦਾ ਇੱਕੋ ਇੱਕ ਤਰੀਕਾ ਕਿ ਜੋ ਸੰਵਿਧਾਨ ਦੇ ਮੁਤਾਬਕ ਤੁਹਾਨੂੰ ਦਿੱਤਾ ਗਿਆ, ਤੁਸੀਂ ਵਿਦਨ ਕਨਸਟੀਟਿਊਸ਼ਨ ਆਪਣੀ ਇਮਾਨਦਾਰੀ ਸ਼ੋਅ ਕਰਨੀ ਆ। ਜਿੱਥੇ ਤੁਹਾਨੂੰ ਲੱਗਦਾ ਕਿ ਕਨਸਟੀਟਿਊਸ਼ਨ ਦੇ ਰਾਹੀਂ ਸਾਨੂੰ ਘੱਟ ਅਧਿਕਾਰ ਮਿਲੇ ਨੇ, ਉੱਥੇ ਤੁਸੀਂ ਵੱਧ ਅਧਿਕਾਰਾਂ ਲਈ ਸੰਘਰਸ਼ ਕਰੋ ਤਾਂ ਤੁਸੀਂ ਨੈਤਿਕ ਮੰਨੇ ਜਾਓਗੇ। ਪਰ ਜੇ ਤੁਸੀਂ ਸੰਵਿਧਾਨ ਤੋੜਨ ਦੀ ਗੱਲ ਕਰੋਗੇ ਤਾਂ ਤੁਹਾਡਾ ਕੰਮ ਅਨੈਤਿਕ ਮੰਨਿਆ ਜਾਏਗਾ। ਇੱਕ ਤਰ੍ਹਾਂ ਨਾਲ ਮਸਲੇ ਨੂੰ ਤੋੜ ਕੇ ਦੂਜੇ ਪਾਸੇ ਲਾਉਣ ਵਾਲੀ ਗੱਲ ਬਣ ਜਾਏਗੀ, ਕਿਉਂਕਿ ਸੰਵਿਧਾਨ ਮੁਤਾਬਕ 10% ਤੋਂ ਵੱਧ ਮੰਤਰੀ ਨਹੀਂ ਬਣਾਏ ਜਾ ਸਕਦੇ। ਇਸ ਕਰਕੇ 7 ਹੀ ਮੰਤਰੀ ਬਣਨਗੇ 70 ਵਿੱਚੋਂ। ਤੇ ਨਾਲ ਇੱਕ ਪੁਰਾਣੀ ਪਰੰਪਰਾ ਮੁਤਾਬਕ ਇੱਕ ਪਾਰਲੀਮੈਂਟਰੀ ਸੈਕਟਰੀ ਪਹਿਲਾਂ ਵੀ ਮੁੱਖ ਮੰਤਰੀ ਰੱਖਦੇ ਰਹੇ ਨੇ, ਲਗਭਗ ਸਾਰਿਆਂ ਨੇ ਰੱਖਿਆ, BJP ਦੇ ਸਾਹਿਬ ਸਿੰਘ ਤੋਂ ਲੈ ਕੇ ਕਾਂਗਰਸ ਦੇ 15 ਸਾਲਾ ਰਾਜ ਤੱਕ। ਤੇ ਹੁਣ ਵੀ ਕੇਜਰੀਵਾਲ ਦੇ ਚਾਹੁੰਦੇ ਤਾਂ ਉਹ ਰੱਖ ਸਕਦੇ ਸੀ, ਪਰ ਇੱਕਦਮ ਤੁਸੀਂ 21 MLAs ਨੂੰ ਇਹ ਕੋਸ਼ਿਸ਼ ਕਰੋ ਕਿ ਉਹ ਲਾਭ ਵਾਲੇ ਅਹੁਦੇ ਤੋਂ ਬਾਹਰ ਨਿਕਲ ਜਾਣਗੇ। ਤੇ ਕਾਨੂੰਨ ਮੁਤਾਬਕ ਪਹਿਲਾਂ ਵੀ ਲੋਕਾਂ ਨੂੰ ਰਿਜ਼ਾਈਨ ਕਰਨੇ ਪਿਆ, ਜੈ ਬਹਾਦਰੀ ਨੂੰ ਰਿਜ਼ਾਈਨ ਕਰਨਾ ਪਿਆ ਸੀ, ਇੱਕ ਵਾਰੀ ਸੋਨੀਆ ਗਾਂਧੀ ਨੂੰ ਵੀ ਰਿਜ਼ਾਈਨ ਕਰਨਾ ਪਿਆ ਸੀ, ਉਹਨਾਂ ਨੇ ਦੁਬਾਰਾ ਚੋਣ ਲੜੀ ਸੀ। ਜੇ ਫਿਰ ਨੈਤਿਕਤਾ ਦਾ ਸਵਾਲ ਹੈ ਤੇ ਹੁਣ ਇਹਨਾਂ 21 MLAs ਨੂੰ ਦੁਬਾਰਾ ਚੋਣ ਲੜਨੀ ਪਵੇਗੀ ਜੇ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ। 2006 ਦੇ ਵਿੱਚ ਸੋਨੀਆ ਗਾਂਧੀ ਨੇ ਨਾਲ ਜਦੋਂ ਸੇਮ ਇਸ਼ੂ ਉੱਠਿਆ ਸੀ, ਉਦੋਂ ਸੋਨੀਆ ਗਾਂਧੀ ਜੀ 1 ਰੁਪਿਆ ਸੈਲਰੀ ਲੈਂਦੇ ਸੀ, ਪਰ ਆਫਿਸ ਆਫ ਪ੍ਰੋਫਿਟ ਦਾ ਮੁੱਦਾ ਉਦੋਂ ਵੀ ਉੱਠਿਆ ਸੀ। ਸੋਨੀਆ ਗਾਂਧੀ ਨੇ ਆਪਣੀ ਤਰਫੋਂ ਰਿਜ਼ਾਈਨ ਉਸ ਟਾਈਮ ਪੋਸਟ ਤੋਂ ਕਰਤਾ ਸੀ। ਦਿਲਰਾਜ ਜੀ, ਜਿਹੜੀ ਆਮ ਆਦਮੀ ਪਾਰਟੀ ਅਜੇ ਤੱਕ ਇਹ ਕਹਿ ਰਹੀ ਸੀ ਅਸੀਂ ਆਫਿਸ ਅਲਾਟ ਨਹੀਂ ਕੀਤੇ, ਹੁਣ BJP ਇਹ ਕਹਿ ਰਹੀ ਹੈ ਕਿ ਅਸੀਂ ਇੱਕ RTI ਲਾ ਕੇ ਇਹਨਾਂ ਤੋਂ ਡਾਕੂਮੈਂਟ ਕੱਢਿਆ ਸੀ ਜੋ ਉਹਨਾਂ ਨੇ ਜਨਤਕ ਵੀ ਕੀਤਾ ਵਾ, ਜਿਹਦੇ ਵਿੱਚ ਕਿ 21 MLA ਦੀ ਲਿਸਟ ਆ ਤੇ ਉਹਨਾਂ ਨੂੰ ਅਲਾਟ ਕੀਤੇ ਹੋਏ
रूम नंबर्स ने जे के भी दर्शक ने या के ने भी जे डॉक्यूमेंट देखना होए ਚੱਕਦੇ ਟੀਵੀ ਦੇ ਫੇਸਬੁੱਕ ਤੇ ਅਸੀਂ ਇਹ ਡਾਕੂਮੈਂਟ ਸ਼ੇਅਰ ਕੀਤਾ ਤੁਸੀਂ ਦੇਖ ਸਕਦੇ ਜੋ ਉਹਨਾਂ ਨੇ ਰੂਮ ਅਲਾਟ ਕੀਤੇ ਸੀ ਪਰ ਹੁਣ ਆਮ ਆਦਮੀ ਕਹਿ ਰਹੀ ਹੈ ਅਸੀਂ ਰੂਮ ਅਲਾਟ ਨਹੀਂ ਕੀਤੇ ਸੀ ਇਹਦਾ ਕੀ ਕਾਰਨ ਆ ਕਿ ਬੀਜੇਪੀ ਜਿਨ੍ਹਾਂ ਨੇ ਇਹ ਡਾਕੂਮੈਂਟ ਰਿਲੀਜ਼ ਕੀਤਾ ਹੈ ਬੀਜੇਪੀ ਗਲਤ ਆ ਜਾਂ ਫਿਰ ਇੱਥੇ ਵੀ ਆਮ ਆਦਮੀ ਪਾਰਟੀ ਗਲਤ ਆ ਕੁਝ ਲੁਕਾਉਣ ਦੀ ਵਾਸਤੇ ਸ਼ਾਇਦ ਚੇਂਜਸ ਕੀਤੇ ਗਏ ਨੇ ਮੈਂ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦਾ ਕੁਝ ਟੀਵੀ ਚੈਨਲ ਨੇ ਅਲਕਾ ਲਾਂਬਾ ਦੇ ਰੂਮ ਤੇ ਹੋਰ ਕੁਝ ਐਮਐਲਏ ਦੇ ਰੂਮ ਦੇ ਅੰਦਰ ਦੇ ਵੀਡੀਓ ਵੀ ਅੱਜ ਵਿਖਾਏ ਨੇ ਜੋ ਕਿ ਕਾਫੀ ਵੱਡੇ ਰੂਮ ਨੇ ਕਾਫੀ ਫਰਨੀਚਰ ਰੱਖਿਆ ਹੋਇਆ ਵਾ ਤੇ ਉਹਨੂੰ ਅਸੀਂ ਆਫਿਸ ਆਫ ਪ੍ਰੋਫਿਟ ਜੀ ਸ਼ਾਇਦ ਮੰਨਾਂਗੇ ਗੋ ਹੈਡ ਦਿਲਰਾਜ ਜੀ ਬਿਲਕੁਲ ਹੈਪੀ ਜੀ ਮੈਂ ਵੀ ਉਸੇ ਤੇ ਹੀ ਆਉਣ ਲੱਗਾ ਸੀਗਾ ਕਿ ਕੁਝ ਚੈਨਲਾਂ ਨੇ ਆਫਿਸ ਬਣਾ ਵੀ ਦਿੱਤੇ ਦਿਖਾ ਵੀ ਦਿੱਤੇ ਨੇ ਜੇ ਆਪਾਂ ਗੱਲ ਕਰੀਏ ਅਲਕਾ ਲਾਂਬਾ ਦੀ ਤੁਸੀਂ ਗੱਲ ਕੀਤੀ ਹੈ ਜਾਂ ਹੋਰ ਕਈ ਐਮਐਲਏ ਦੀ ਉਸ ਤੋਂ ਬਾਅਦ ਉਹ ਜਿਹੜੀ ਲੈਟਰ ਬੀਜੇਪੀ ਨੇ ਕੱਢੀ ਹੈਗੀ ਜਿਹੜਾ ਨੋਟਿਸ ਆਮ ਆਦਮੀ ਪਾਰਟੀ ਨੇ ਕੱਢਿਆ ਸੀਗਾ ਉਹਦੇ ਵਿੱਚ ਵੀ ਸਾਫ਼ ਤੇ ਸਪਸ਼ਟ ਆਫਿਸਾਂ ਦੇ ਨੰਬਰ ਤੱਕ ਲਿਖੇ ਗਏ ਨੇ ਤੇ ਮੈਂ ਸਮਝਦਾ ਇੱਥੇ ਆਮ ਆਦਮੀ ਪਾਰਟੀ ਥੋੜਾ ਜਿਹਾ ਗੁੰਮਰਾਹ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕਰਦੀ ਪਈ ਹੈ ਤੇ ਆਪਣੇ ਆਪ ਨੂੰ ਉਹੀ ਮੋਦੀ ਸਾਹਿਬ ਤੇ ਕਟਾਸ਼ ਕੱਢ ਕੇ ਮੋਦੀ ਸਾਹਿਬ ਤੇ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਪਾਕ ਸਾਹਿਬ ਦੱਸਣ ਦੀ ਕੋਸ਼ਿਸ਼ ਕਰਦੀ ਪਈ ਹੈ ਇੱਥੇ ਇੱਕ ਹੋਰ ਜਿਹੜੀ ਇੰਟਰਸਟਿੰਗ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਕੱਲ ਜਿਹੜੀ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਜਦੋਂ ਤੱਕ ਤਾਂ ਸਾਰੇ ਪੱਤਰਕਾਰ ਆਮ ਆਦਮੀ ਪਾਰਟੀ ਲੀਡਰ ਨੂੰ ਸੁਣਦੇ ਰਹੇ ਉਦੋਂ ਤੱਕ ਤਾਂ ਠੀਕ ਰਿਹਾ ਜਦੋਂ ਪੱਤਰਕਾਰਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਪੂਰੇ ਦੇ ਪੂਰੇ ਇਸ਼ੂ ਤੇ ਉਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲ ਵੀ ਕੋਈ ਜਵਾਬ ਨਹੀਂ ਸੀ ਤੇ ਉਹਨਾਂ ਨੇ ਉੱਥੋਂ ਉੱਠ ਕੇ ਜਾਣਾ ਹੀ ਜ਼ਰੂਰੀ ਸਮਝਿਆ ਉੱਥੋਂ ਕਿਤੇ ਨਾ ਕਿਤੇ ਸ਼ੱਕ ਹੁੰਦਾ ਵਾ ਕਿ ਸ਼ਾਇਦ ਆਮ ਆਦਮੀ ਪਾਰਟੀ ਕੋਲ ਗਲਤੀ ਇਹ ਹੋ ਗਈ ਹੈ ਚੀਫ ਪਾਰਲੀਮੈਂਟਰੀ ਸੈਕਟਰੀ ਜਾਂ ਪਾਰਲੀਮੈਂਟਰੀ ਸੈਕਟਰੀ ਰੱਖਣ ਦੀ ਤੇ ਹੁਣ ਉਹਨੂੰ ਗਲਤੀ ਨੂੰ ਲੁਕਾਉਣ ਲਈ ਉਹ ਗਲਤੀ ਮੰਨਦੇ ਨਹੀਂ ਪਏ ਉਹ ਉਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਸ਼ਾਇਦ ਉਹ ਪਰਦਾ ਪਾਉਣਾ ਹੀ ਉਹਨਾਂ ਨੂੰ ਮਹਿੰਗਾ ਪੈਂਦਾ ਪਿਆ ਤੇ ਗੱਲਾਂ ਹੋਰ ਦੀਆਂ ਹੋਰ ਨਿਕਲ ਕੇ ਬਾਹਰ ਆਉਂਦੀਆਂ ਪਈਆਂ ਅਜੀਤ ਜੀ ਐਂਡ ਜੋਲ ਜੀ ਸੇਮ ਕੁਐਸਚਨ ਤੁਹਾਡੇ ਵਾਸਤੇ ਉਸ ਤੋਂ ਪਹਿਲਾਂ ਕਾਲਰ ਜੁੜ ਚੁੱਕੇ ਨੇ ਮੈਂ ਕਾਲ ਜ਼ਰੂਰ ਲੈਣਾ ਚਾਹੂੰਗਾ ਸਤਿ ਸ਼੍ਰੀ ਅਕਾਲ ਜੀ ਲਾਸਟ 4 ਨੰਬਰ ਨੇ 6855 ਹਾਂਜੀ ਹਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਰ ਦੇਰ ਆਵੇ ਦਰੁਸਤ ਆਵੇ ਪਰ ਦੂਜੀਆਂ ਪਾਰਟੀਆਂ ਨਾਲੋਂ ਫਿਰ ਵੀ ਚੰਗੀ ਪਾਰਟੀ ਹੈਗੀ ਹੈ ਆਮ ਆਦਮੀ ਪਾਰਟੀ ਨੋ ਪ੍ਰੋਬਲਮ ਅਸੀਂ ਸਰ ਆਮ ਆਦਮੀ ਪਾਰਟੀ ਤੇ ਹਾਂਜੀ ਘਾਲੇ ਕਰੇ ਉਹਨਾਂ ਨੇ ਮਿਲਟਰੀ ਦੇ ਵਿੱਚ ਵੀ ਕਰੇ ਹੋਰ ਕਰੇ ਹੈ ਪੰਜਾਬ ਚ ਅਕਾਲੀਆਂ ਨੇ ਫਿਰ ਵੀ ਚੰਗੀ ਹੈ ਉਹਨਾਂ ਦੇ ਨਾਲੋਂ ਫਿਰ ਵੀ ਚੰਗੀ ਹੈ ਕੋਈ ਦੇਰ ਆਊਗੀ ਦਰੁਸਤ ਆਊਗੀ we hope same sir ਮੈਂ ਰਿੰਪੀ ਦਾ ਡੈਡੀ ਹੈਗਾ ਸੁਖੇਤ ਸਿੰਘ ਮੇਰੀ ਹਾਪੀ ਲਾਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਹੋ sure sir sure ਜੀ thank you sir ਮੈਂ ਸ਼ਾਇਦ ਤੁਹਾਨੂੰ ਮਿਲਾਂ ਮੈਂ ਕੱਲ ਕੈਲਗਰੀ ਤੇ ਮਸੂਰੇ ਆ ਰਿਹਾ ਹੈਗਾ sure sir thank you ਜੀ thank you sorry for that ਜੋਲ ਸਾਹਿਬ ਤੇ ਅਜੀਤ ਜੀ ਸੇਮ ਕੁਐਸਚਨ ਜੋ ਮੈਂ ਪੁੱਛਿਆ ਸੀ ਆਫਿਸ ਅਲਾਟ ਕੀਤੇ ਗਏ ਸੀ ਜਿਹਦਾ ਕਿ ਡਾਕੂਮੈਂਟ ਬੀਜੇਪੀ ਨੇ ਜਨਤੀ ਕਰਤਾ ਕਾਫੀ ਨਿਊਜ਼ ਚੈਨਲ ਤੇ ਸਾਡੇ ਨਿਊਜ਼ ਚੈਨਲ ਤੇ ਤੁਸੀਂ ਉਹ ਦੇਖ ਸਕਦੇ ਜੋ ਪਰ ਹੁਣ ਇਹ ਕਿਹਾ ਜਾ ਰਿਹਾ ਆਫਿਸ ਨਹੀਂ ਦਿੱਤੀ ਗਈ ਸੀ ਕਿਉਂਕਿ ਜੇ ਆਫਿਸ ਦਿੱਤੇ ਗਏ ਪ੍ਰੂਫ ਹੋ ਜਾਂਦਾ ਵਾ ਆਫਿਸ ਆਫ ਪ੍ਰੋਫਿਟ ਵਾਲਾ ਕਲੌਜ਼ ਇੱਥੇ ਲੱਗ ਜਾਂਦਾ ਹੈ ਮੇਰਾ ਇਹ ਵਿਚਾਰ ਹੈ ਜੀ ਆਫਿਸ ਜਿਹੜੇ ਨੇ ਕਿਸ ਢੰਗ ਨਾਲ ਦਿੱਤੇ ਗਏ ਜੇ ਉਹਦੇ ਵਿੱਚ ਕੋਈ ਜੇ ਉਹਦੇ ਵਿੱਚ ਇਨਕੁਆਇਰੀ ਹੋਣੀ ਚਾਹੀਦੀ ਹੈ ਜੇ ਉਹ ਉਹਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਤਾਂ ਇਲੈਕਸ਼ਨ ਕਮਿਸ਼ਨ ਦੇ ਜੋ ਵੀ ਉਹਦੇ ਕਲਾਜ਼ ਨੇ ਜੋ ਉਹਦੇ ਰੂਲ ਨੇ ਉਹਦੇ ਮੁਤਾਬਕ ਐਕਸ਼ਨ ਹੋਣਾ ਚਾਹੀਦਾ ਤੇ ਉਹ ਸਸਪੈਂਡ ਵੀ ਹੋਣਗੇ ਉਹ ਸਾਰਾ ਕੁਝ ਕੈਂਸਲ ਹੋਊਗਾ ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਕਨਸਟੀਟਿਊਸ਼ਨ ਜਦੋਂ ਸਾਡੇ ਦੇਸ਼ ਦਾ ਕਨਸਟੀਟਿਊਸ਼ਨ ਬਣਿਆ ਸੀ ਉਸ ਵੇਲੇ ਇੱਕ ਮਲਟੀਪਲ ਕੰਪੋਜੀਸ਼ਨ ਸੀ ਸਾਡੇ ਦੇਸ਼ ਦੀ ਪੋਲੀਟੀਕਲ ਯੂਨਿਟੀ ਪਹਿਲੀ ਵਾਰੀ ਸਾਨੂੰ ਪ੍ਰਾਪਤ ਹੋਈ ਸੀ ਔਰ ਉਸ ਪ੍ਰੈਜ਼ੈਂਟ ਕੰਟੈਕਸਟ ਦੇ ਵਿੱਚ ਇਹ ਸੋਚਣਾ ਬਹੁਤ ਔਖਾ ਸੀ ਕਿ ਅਸੀਂ ਜਿਹੜਾ ਸੰਵਿਧਾਨ ਬਣਾ ਰਹੇ ਹਾਂ ਇਹਦੇ ਕੀ ਇਹਦੇ ਕਨਸੀਕੁਐਂਸਸ ਹੋਣਗੇ ਕਿੱਥੇ ਫਲੈਕਸੀਬਲ ਹੋਣਾ ਚਾਹੀਦਾ ਕਿੱਥੇ ਰਿਜਿਡ ਹੋਣਾ ਚਾਹੀਦਾ ਉਸ ਵੇਲੇ ਸਾਨੂੰ ਇਹ ਸਮੱਸਿਆਵਾਂ ਦਾ ਪਤਾ ਨਹੀਂ ਸੀ ਸੰਵਿਧਾਨ ਬਣਾਉਣ ਵੇਲੇ ਉਸ ਮੌਕੇ ਦੀ ਜਿਹੜੀ ਪਾਵਰਫੁਲ ਪਾਰਟੀ ਸੀ ਕਾਂਗਰਸ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਨਸਟੀਟਿਊਸ਼ਨ ਦਾ ਜਿਹੜਾ ਕਰੈਕਟਰ ਸੀ ਉਹ ਯੂਨਿਟਰੀ ਰੱਖਿਆ ਪ੍ਰੋਵਿੰਸਸ ਨੂੰ ਪਾਵਰਾਂ ਬਹੁਤ ਘੱਟ ਦਿੱਤੀਆਂ देयर वाज नो प्रोविंशियल ऑटोनॉमी एट ऑल इट वाज ऑल सेंट्रलाइज्ड ਇਸ ਕਰਕੇ ਉਹ ਸਮੱਸਿਆਵਾਂ ਸੈਂਟਰ ਵਰਸਸ ਸਟੇਟ ਇਹ ਆਉਂਦੀਆਂ ਰਹੀਆਂ ਪਿਛਲੇ ਸਾਲਾਂ ਦੇ ਵਿੱਚ ਆਉਂਦੀਆਂ ਰਹੀਆਂ
ਤੇ ਹੁਣ ਵੀ ਆਉਂਦੀਆਂ ਰਹਿਣਗੀਆਂ ਜਿੰਨੀ ਦੇਰ ਇਹਨਾਂ ਦੇ ਵਿੱਚ ਕੋਈ ਤਾਲਮੇਲ ਨਹੀਂਗਾ, ਕੋਈ ਅੰਡਰਸਟੈਂਡਿੰਗ ਨਹੀਂ ਹੈਗੀ। ਇੱਕ ਪਾਰਟੀ ਸੈਂਟਰ ਚ ਰਾਜ ਆ, ਦੂਜੀ ਪਾਰਟੀ ਦਾ ਸਟੇਟ ਚ ਰਾਜ ਆ, ਤੇ ਇਹ ਜਿਹੜਾ ਕਲੈਸ਼ ਆਫ ਪ੍ਰਿੰਸੀਪਲਸ ਆ ਇਹ ਰਹਿਣਾ ਹੀ ਰਹਿਣਾ, ਕਿਉਂਕਿ ਸੰਵਿਧਾਨ ਜਿਹੜਾ ਉਹ ਸਾਡਾ ਫਲੈਕਸੀਬਲ ਨਹੀਂਗਾ, ਉਹ ਇੱਕ ਰਿਜਿਡ ਹੈ ਜਿਹਦੇ ਵਿੱਚ ਅਮੈਂਡਮੈਂਟ ਕਰਨੀ ਇੱਕ ਮੈਜੋਰਟੀ ਦਾ ਕੰਮ ਹੈ, ਨਾ ਕਿ ਕਿਸੇ ਮਿਨੋਰਟੀ ਦਾ। ਮੈਂ ਇੱਥੇ ਗੱਲ ਕਰਨੀ ਸਰ ਇਸ ਕੇਸ ਦੇ ਵਿੱਚ ਸੈਂਟਰ ਵਰਸਸ ਸਟੇਟ ਨਹੀਂ ਹੈ ਮਾਮਲਾ, ਕਿਉਂਕਿ 10% ਮੰਤਰੀ ਬਣਾਏ ਜਾ ਸਕਦੇ। ਇਹ ਪਿਛਲੇ ਕੁਝ ਸਾਲ ਹੋਏ ਜਦੋਂ ਇਹ ਕਾਨੂੰਨ ਪਾਸ ਹੋਇਆ, ਉਹ ਕੇਂਦਰ ਦੇ ਵਿੱਚ ਵੀ ਉਵੇਂ ਹੀ ਲਾਗੂ ਹੁੰਦਾ ਵਾ ਜਿਵੇਂ ਰਾਜਾਂ ਦੇ ਵਿੱਚ ਲਾਗੂ ਹੁੰਦਾ। ਇਸੇ ਕਰਕੇ ਜੈ ਬਹਾਦੁਰੀ ਤੇ ਸੋਨੀਆ ਗਾਂਧੀ ਨੂੰ ਰਿਜ਼ਾਈਨ ਕਰਨੇ ਪਏ ਸੀ। ਇਸ ਮਾਮਲੇ ਨੂੰ ਅਸੀਂ ਕੇਂਦਰ ਵਰਸਸ ਸਟੇਟ ਨਹੀਂ ਮੰਨ ਸਕਦੇ, ਬਲਕਿ ਇਸ ਮਾਮਲੇ ਦੇ ਵਿੱਚ ਅਸੀਂ ਵਾਰ-ਵਾਰ ਜਦੋਂ ਆਮ ਆਦਮੀ ਪਾਰਟੀ ਦੇ ਉੱਤੇ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਆਮ ਆਦਮੀ ਪਾਰਟੀ ਕੋਲੇ ਸਭ ਤੋਂ ਵੱਡਾ ਮੁੱਦਾ ਅੱਜ ਦੀ ਤਰੀਕ ਦੇ ਵਿੱਚ ਦਿੱਲੀ ਨੂੰ ਮੁਕੰਮਲ ਰਾਜ ਦਾ ਦਰਜਾ ਦਿਵਾਉਣ ਲਈ ਅੰਦੋਲਨ ਕਰਨਾ ਹੈ। ਕੇਜਰੀਵਾਲ ਹੋਰ 20 ਮਾਮਲਿਆਂ ਦੇ ਉੱਤੇ ਤਾਂ ਅੰਦੋਲਨ ਕਰ ਦਿੰਦੇ ਨੇ, ਨਿੱਕੇ ਮਾਮਲਿਆਂ ਦੇ ਉੱਤੇ ਧਰਨਾ ਲਾ ਕੇ ਬੈਠ ਜਾਂਦੇ ਨੇ, ਮੁੱਖ ਮੰਤਰੀ ਹੁੰਦੇ ਹੋਏ ਵੀ ਧਰਨਾ ਲਾ ਦਿੰਦੇ ਨੇ। ਪਰ ਰਾਜਾਂ ਨੂੰ ਵੱਧ ਅਧਿਕਾਰ ਦੇ ਸਵਾਲ ਉੱਤੇ ਖਾਸ ਕਰਕੇ ਦਿੱਲੀ 'ਚ ਜਦੋਂ ਉਹਨਾਂ ਨੂੰ ਵਾਰ-ਵਾਰ ਪ੍ਰੋਬਲਮ ਆ ਰਹੀ ਆ, ਉਹਦੇ ਉੱਤੇ ਉਹ ਕੋਈ ਵੱਡਾ ਅੰਦੋਲਨ ਖੜਾ ਨਹੀਂ ਕਰ ਰਿਹਾ। ਹਾਲਾਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਗੱਲ ਜ਼ਾਹਰ ਹੋਈ ਕਿ ਕੇਜਰੀਵਾਲ ਸਰਕਾਰ ਨੇ ਵੱਧ ਅਧਿਕਾਰਾਂ ਬਾਰੇ ਆਵਾਜ਼ ਉਠਾਉਣੀ ਸ਼ੁਰੂ ਕੀਤੀ, ਮੁਕੰਮਲ ਰਾਜ ਦੇ ਦਰਜੇ ਦੀ ਗੱਲ ਵੀ। ਅਸੀਂ ਮਾਮਲੇ ਨੂੰ ਬਿਲਕੁਲ ਗਲਤ ਦਿਸ਼ਾ 'ਚ ਨਾ ਲੈ ਕੇ ਜਾਈਏ। ਕੇਂਦਰ ਧੱਕਾ ਕਰ ਰਿਹਾ, ਜਾਣਬੁੱਝ ਕੇ ਵੀ ਕਰ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਜਿੱਥੇ ਕੇਜਰੀਵਾਲ ਗਲਤ ਹੈ ਉੱਥੇ ਉਹਨੂੰ ਗਲਤ ਮੰਨ ਲੈਣਾ ਚਾਹੀਦਾ। ਉਹਦੀ ਓਨੈਸਟੀ ਬਾਰੇ ਆਪਣੇ ਆਪ ਨੂੰ ਵੀ ਇੱਕ ਓਨੈਸਟੀ ਕੋਈ ਸਨਕ ਨਹੀਂ ਹੈ, ਇਹ ਗੱਲ ਸਾਨੂੰ ਮੰਨ ਕੇ ਚੱਲਣਾ ਚਾਹੀਦਾ। ਓਨੈਸਟੀ ਵੀ ਇੱਕ ਪ੍ਰੈਕਟੀਕੇਬਲ ਚੀਜ਼ ਹੈ, ਜੇ ਉਹ ਪ੍ਰੈਕਟਿਸ ਦੇ ਵਿੱਚ ਸਨਕ ਬਣ ਜਾਂਦੀ ਹੈ ਤੇ ਓਨੈਸਟੀ ਦੇ ਜਾਏ ਤੋਂ ਵੈਸੇ ਹੀ ਬਾਹਰ ਚਲੀ ਜਾਂਦੀ ਹੈ। ਜੇ ਤੁਸੀਂ ਇੱਕ ਸੈਕਟਰੀ ਲਾ ਸਕਦੇ ਸੀ, ਤੁਸੀਂ ਉਹਦੀ ਜਗ੍ਹਾ ਦੇ ਉੱਤੇ 21 ਲਾਉਣਾ ਚਾਹੁੰਦੇ ਹੋ ਤਾਂ ਇੱਕ ਸੰਵਿਧਾਨ ਨੂੰ ਤੋੜਨ ਵਾਲੀ ਗੱਲ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸੰਵਿਧਾਨ ਕੋਈ ਪਵਿੱਤਰ ਗ੍ਰੰਥ ਹੈ, ਉਹ ਤਬਦੀਲ ਨਹੀਂ ਹੋ ਸਕਦਾ, ਪਰ ਜਿੰਨਾ ਚਿਰ ਤਬਦੀਲ ਨਹੀਂ ਹੁੰਦਾ ਤੁਹਾਨੂੰ ਪੁਰਾਣੇ ਦੇ ਉੱਤੇ ਜੋ ਲਾਗੂ ਹੈ ਉਹਦੇ ਤੇ ਕਰਨੀ ਪਏਗੀ ਕਾਰਵਾਈ, ਉਹਦੇ ਮੁਤਾਬਕ ਚੱਲਣਾ ਪਏਗਾ। ਸਬਦੀ ਜੀ ਇੱਕ ਗੱਲ ਤੁਸੀਂ ਬੜੀ ਸਹੀ ਕੀਤੀ, ਜੋ ਇਸ ਟਾਈਮ 21 ਐਮਐਲਏ ਦਾ ਇਸ਼ੂ ਉੱਠਿਆ ਹੋਇਆ ਵਾ, ਬੇਸਿਕਲੀ ਹੈ ਤੇ ਨਤੀਜਾ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਜੋ ਚੱਲ ਰਹੀ ਲੜਾਈ ਉਹਦਾ ਹੀ ਹੈ। ਪਰ ਇਸ ਇਨਸੀਡੈਂਟ ਵਿੱਚ ਕਿਤੇ ਨਾ ਕਿਤੇ ਟੈਕਨੀਕਲੀ ਬੀਜੇਪੀ ਇੱਕ ਰਾਈਟ ਸਾਈਡ ਤੇ ਆ ਤੇ ਆਮ ਆਦਮੀ ਪਾਰਟੀ ਇੱਕ ਗਲਤ ਸਾਈਡ ਤੇ ਆ। ਉਸ ਤੋਂ ਬਾਵਜੂਦ ਵੀ ਆਮ ਆਦਮੀ ਪਾਰਟੀ ਜੋ ਕਿ ਇੱਕ ਨਵੀਂ ਪਾਰਟੀ ਸੀ ਜਿਹਦੇ ਵਿੱਚ ਕਿ ਹਿੰਦੁਸਤਾਨੀਆਂ ਨੂੰ ਕਾਫੀ ਜ਼ਿਆਦਾ ਉਮੀਦ ਸੀ ਕਿ ਇਮਾਨਦਾਰ ਲੋਕ ਨੇ, ਪਰ ਗਲਤੀ ਹੋਣ ਤੋਂ ਬਾਵਜੂਦ ਵੀ ਗਲਤੀਆਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਗਲਤੀਆਂ ਲੁਕਾਉਣ ਵਾਸਤੇ ਝੂਠ ਬੋਲਿਆ ਜਾ ਰਿਹਾ ਵਾ। ਕੱਲ ਮੇਰੇ ਨਾਲ ਦੋ ਜਦੋਂ ਇੱਥੋਂ ਆਮ ਆਦਮੀ ਪਾਰਟੀ ਦੇ ਸਪੋਰਟਰ ਆਏ ਸੀ, ਤੁਸੀਂ ਆਮ ਤੌਰ ਤੇ ਦੇਖਿਆ ਹੋਊਗਾ ਜਦੋਂ ਉਹ ਗੱਲਾਂ ਕਰਦੇ ਆ ਮੈਂ ਉਹਨਾਂ ਨੂੰ ਟੋਕ ਦਿੰਦਾ ਹੈ, ਕਿਉਂਕਿ ਜਿੱਦਾਂ ਹਰਜੀਤ ਜੀ ਨੇ ਗੱਲ ਸ਼ੁਰੂ ਕੀਤੀ ਸੀ ਝਾੜੂ ਲੈ ਕੇ ਅਸੀਂ ਹੁੰਜਣਾ ਵਾ, ਝਾੜੂ ਆ ਗਿਆ ਵਾ, ਇਹ ਸਭ ਇਲੌਜੀਕਲ ਗੱਲਾਂ ਨੇ। ਜੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਇਮਾਨਦਾਰ ਹਾਂ, ਅਸੀਂ ਇਮਾਨਦਾਰੀ ਨਾਲ ਲੜਨੀ ਆ, ਇਹ ਗੱਲਾਂ ਡਿਬੇਟ ਤੇ ਜਾਂ ਟੀਵੀ ਸਟੇਸ਼ਨ ਤੇ ਜੇ ਮੈਂ ਹੋਸਟ ਆ ਮੈਂ ਇਹ ਗੱਲਾਂ ਆਮ ਤੌਰ ਤੇ ਕਹਿੰਦਾ ਕਿ ਇਹ ਗੱਲਾਂ ਮੈਂ ਨਹੀਂ ਅਲੋ ਕਰਦਾ। ਹਾਂ, ਜੇ ਤੁਹਾਡੇ ਕੋਲ ਲੌਜਿਕਸ ਹੈਗੇ ਨੇ, ਅੱਜ ਅਸੀਂ ਸੁਪਰੀਮ ਕੋਰਟ ਦੇ ਲਾਅਰ ਨਾਲ ਤੁਹਾਡੀ ਤਾਂ ਗੱਲ ਕਰਾਈ, ਮੈਂ ਕੱਲ ਪੂਰਾ ਦਿੱਲੀ ਦਾ ਕਨਸਟੀਟਿਊਸ਼ਨ ਜਿਹਦੇ ਲਾਅ ਦੇ ਮੁਤਾਬਿਕ ਇਹਨਾਂ ਨੂੰ ਡਿਸਕੁਆਲੀਫਾਈ ਕਰਨਾ ਸੀ, ਉਹ ਸਾਰਾ ਲਾਅ ਪੜਿਆ, ਅੰਡਰਸਟੈਂਡ ਕੀਤਾ ਕਿ ਕੀ ਬੀਜੇਪੀ ਇੱਥੇ ਝੂਠ ਤੇ ਨਹੀਂ ਬੋਲ ਰਹੀ। ਪਰ ਜੋ ਮੈਨੂੰ ਆਪਣੇ ਆਪ ਸਮਝ ਆਇਆ ਹੀ ਪਤਾ ਲੱਗਾ ਕਿ ਨਹੀਂ, ਇੱਥੇ ਆਮ ਆਦਮੀ ਪਾਰਟੀ ਗਲਤ ਆ। ਉਸ ਤੋਂ ਬਾਅਦ ਉਹ ਲਾਅ ਜੋ ਸਟੇਟ ਉੱਤੇ ਲਾਗੂ ਹੁੰਦਾ ਵਾ, ਉਹ ਸਾਰਾ ਪਾਰਟ ਪੜਿਆ। ਸਟੇਟ ਵਾਸਤੇ ਵੀ ਲਾਅਸ ਬਣੇ ਹੋਏ ਨੇ, ਪਰ ਕੀ ਅਸੀਂ ਦਿੱਲੀ ਨੂੰ ਪੰਜਾਬ ਤੇ ਗੁਜਰਾਤ ਨਾਲ ਕੰਪੇਅਰ ਕਰ ਸਕਦੇ ਹਾਂ? ਜਵਾਬ ਆ ਨਹੀਂ। ਦਿੱਲੀ ਇੱਕ ਯੂਨੀਅਨ ਟੈਰੀਟਰੀ ਆ ਜਿਹਨੂੰ ਕੀ ਐਕਸਟੈਂਡ ਕੀਤਾ ਗਿਆ ਵਾ। ਦਿੱਲੀ ਨੂੰ ਤੁਸੀਂ ਪੰਜਾਬ ਨਾਲ ਨਹੀਂ ਕੰਪੇਅਰ ਕਰ ਸਕਦੇ। ਮੈਂ ਅਰਵਿੰਦ ਕੇਜਰੀਵਾਲ ਜੀ ਦੇ ਇੱਕ ਇੰਟਰਵਿਊ ਦੇਖ ਰਿਹਾ ਜੀ ਕੱਲ ਸਵੇਰੇ, ਜੋ ਇੰਡੀਆ ਦੀ ਸਵੇਰ ਸੀ ਅੱਜ ਦੀ ਡੇਟ ਵਿੱਚ। ਅਰਵਿੰਦ ਕੇਜਰੀਵਾਲ ਜੀ ਨੇ ਇੰਨੀ ਮੈਂ ਹੈਰਾਨ ਸੀ, ਉੱਥੇ ਰਿਪੋਰਟਰ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਕੁਐਸਚਨ ਕਿਉਂ ਨਹੀਂ ਪੁੱਛਿਆ। ਅਰਵਿੰਦ ਕੇਜਰੀਵਾਲ ਜੀ ਪੌਂਡੀਚੇਰੀ ਤੱਕ ਦੀ, ਵੈਸਟ ਬੰਗਾਲ ਤੱਕ ਦੇ ਪਾਰਲੀਮੈਂਟਰੀ ਸੈਕਟਰੀ ਗਿਣਾ ਰਹੇ ਸੀ, ਪਰ ਕੀ ਉਹ ਲੌਜਿਕ ਰਾਈਟ ਆ?
ਬਾਦਲ ਸਾਹਿਬ ਦੇ ਐਗਜ਼ਾਮਪਲ ਦੇ ਕੇ ਆਮ ਆਦਮੀ ਪਾਰਟੀ ਵਾਲੇ ਕਿ ਪੰਜਾਬ ਦੇ ਵਿੱਚ ਇੰਨੇ ਸੈਕਟਰੀ ਆ, ਆਪ ਹੀ ਤੁਸੀਂ ਆਮ ਆਦਮੀ ਪਾਰਟੀ ਨੂੰ ਸੌਰੀ ਬਾਦਲ ਸਾਹਿਬ ਨੂੰ ਚੋਰ ਆਂਦੇ ਜੋ, ਫਿਰ ਆਪ ਹੀ ਆਪਣਾ ਕੰਪੈਰੀਜ਼ਨ ਬਾਦਲ ਸਾਹਿਬ ਦੇ ਨਾਲ ਕਰਦੇ ਜੋ। ਤੇ ਜੇ ਅਸੀਂ ਉੱਥੇ ਕੁਐਸਚਨ ਪੁੱਛਦੇ ਆ ਜੋ ਬੰਦੇ ਹੋਏ ਕੁਐਸਚਨ ਆ, ਤੇ ਫਿਰ ਸਾਨੂੰ ਵੀ ਇਹ ਆਂਦੇ ਨੇ ਕਿ ਇਹ ਲੋਕ, ਇਹ ਮੀਡੀਆ ਹੈ ਜਿਹੜਾ ਸਾਨੂੰ ਪਿੱਛੇ ਪਿਆ, ਜੋ ਕਿ ਪੰਜਾਬ ਨੂੰ ਆਬਾਦ ਨਹੀਂ ਹੋਣ ਦੇਊਗਾ। ਆਈ ਹੈਵ ਨੋ ਆਈਡੀਆ ਕਿ ਕਿਉਂ ਇਹ ਲੋਕ ਇਹ ਸੋਚਦੇ ਆ ਕਿ ਅਸੀਂ ਪੰਜਾਬ ਨੂੰ ਬਚਾ ਲੈਣਾ ਹੈ। ਮੇਰੇ ਖਿਆਲ ਪੰਜਾਬ ਆਪਣੇ ਆਪ ਨੂੰ ਬਚਾ ਸਕਦਾ ਹੈ। ਇਹ ਵਰਡਸ ਤੁਸੀਂ कहने ਬੰਦ ਕਰੋ। ਪਹਿਲਾਂ ਜੋ ਆਪ ਗਲਤ ਕੰਮ ਕਰ ਰਹੇ ਜੋ, ਐਟਲੀਸਟ ਗੋ ਸਟੱਡੀ ਐਂਡ ਫੇਸ ਦਾ ਟਰੂਥ। ਜੇ ਆਮ ਆਦਮੀ ਪਾਰਟੀ ਗਲਤ ਆ, ਉਹਨੂੰ ਗਲਤੀ ਮੰਨਣੀ ਚਾਹੀਦੀ ਸੀ। ਸ਼ਾਇਦ ਗੱਲ ਇੰਨੀ ਨਹੀਂ ਵੱਧਦੀ ਤੇ ਸ਼ਾਇਦ ਦਿੱਲੀ ਦੇ ਲੋਕ ਵੀ ਅਰਵਿੰਦ ਕੇਜਰੀਵਾਲ ਜੀ ਦੀ ਹੋਰ ਇੱਜ਼ਤ ਕਰਦੇ। ਅੱਜ ਦੇ ਟਾਈਮ ਦੇ ਵਿੱਚ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਲੜਾਈ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਦਿੱਲੀ ਦੇ ਲੋਕਾਂ ਦਾ ਹੋ ਰਿਹਾ ਹੈ। ਅਜੀਤ ਸਿੰਘ ਜੀ, ਇੱਕ ਮੈਂ ਚੈੱਕ ਕਰਨਾ ਚਾਹੁੰਦਾ ਟੈਕਨੀਕਲ ਟੀਮ ਨਾਲ, ਸਾਡੇ ਨਾਲ ਕੁਝ ਆਮ ਆਦਮੀ ਪਾਰਟੀ ਦੇ ਲੀਡਰ ਜੁੜਨਾ ਚਾਹੁੰਦੇ ਸੀ, ਅੱਜ ਜੁੜਨ ਵਾਲੇ ਸੀ ਇੰਡੀਆ ਤੋਂ। ਮੈਂ ਜ਼ਰੂਰ ਕਹੂੰਗਾ ਕਿ ਪਲੀਜ਼ ਚੈੱਕ ਕਰ ਲਓ ਇਫ ਦੇ ਆਰ ਅਵੇਲੇਬਲ ਕਨੈਕਟ, ਅਦਰਵਾइज ਗੋ ਹੈਡ ਅਜੀਤ ਜੀ। ਹਾਂ ਹਰਪ੍ਰੀਤ ਜੀ, ਮੇਰਾ ਖਿਆਲ ਹੈ ਅੱਜ ਜਿਹੜੀ ਵੱਡੀ ਗਲਤੀ ਕਰ ਰਹੀ ਹੈ ਆਮ ਆਦਮੀ ਪਾਰਟੀ, ਉਹ ਇਹ ਹੈ ਕਿ ਆਪਣੀ ਗਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਤਰ੍ਹਾਂ ਦੀ ਉਹ ਵਿਚਾਰਧਾਰਾ ਲੈ ਕੇ ਆਏ ਸੀ, ਉਹਦੇ ਅਨੁਸਾਰ ਜੇ ਉਹਨਾਂ ਤੋਂ ਗਲਤੀ ਹੋ ਗਈ ਸੀ, ਉਹ ਬਿਲਕੁਲ ਇਮਾਨਦਾਰੀ ਨਾਲ ਉਸ ਗਲਤੀ ਨੂੰ ਮੰਨ ਕੇ ਆਪਣੇ ਐਮਐਲਏ ਤੋਂ ਰਿਜ਼ਾਈਨ ਕਰਾਉਂਦੇ। ਉਹਦੇ ਨਾਲ ਬਹੁਤ ਵੱਡਾ ਚਾਂਸ ਸੀ ਕਿ ਇਹਨਾਂ ਦੇ ਦੁਬਾਰਾ ਐਮਐਲਏ ਜਿੱਤ ਕੇ ਆ ਜਾਂਦੇ ਤੇ ਇਹਨਾਂ ਨੂੰ ਇੱਕ ਚੰਗੀ ਛਵੀ ਵੀ ਇਹਨਾਂ ਦੀ ਬਣ ਜਾਂਦੀ। ਪਰ ਹੁਣ ਜਦੋਂ ਆਪਣੀ ਗਲਤੀ ਨੂੰ ਛੁਪਾ ਰਹੇ ਨੇ, ਉਹਦੇ ਉੱਤੇ ਟਕਰਾਅ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੂਜੇ ਸਟੇਟਾਂ ਨੂੰ ਨਾਲ ਕੋਟ ਕਰ ਰਹੇ ਨੇ, ਜਿਹਦਾ ਕਿ ਕਾਨੂੰਨੀ ਤੌਰ ਤੇ ਇਹਨਾਂ ਨਾਲ ਕੋਈ ਮੇਲ ਨਹੀਂ ਹੈਗਾ। ਪਰ ਇਹਨਾਂ ਦੀ ਅੰਦਰੂਨੀ ਕਮਜ਼ੋਰੀ ਜਿਹੜੀ ਹੈਗੀ, ਉਹ ਇਖਲਾਕੀ ਕਮਜ਼ੋਰੀ ਸਮਝ ਲਓ, ਉਹ ਸਾਹਮਣੇ ਆ ਰਹੀ ਹੈ ਕਿ ਇਹ ਨਹੀਂ ਚਾਹੁੰਦੇ ਕਿ ਕਿਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਸੱਤਾ ਹੈ ਉਹ ਕਮਜ਼ੋਰ ਹੋਵੇ। ਇਹ ਲੋਕਾਂ ਨੂੰ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਫੇਸ ਕਰਨ ਦੀ ਬਜਾਏ ਆਪਣੀ ਫੇਸ ਸੇਵਿੰਗ ਦੇ ਵਿੱਚ ਲੱਗ ਗਏ ਨੇ। ਉਹ ਲੋਕਾਂ ਵਾਸਤੇ ਵੀ ਔਰ ਲੋਕਾਂ ਦੀਆਂ ਜਿਹੜੀਆਂ ਇਸ਼ਾਵਾਂ ਸੀ ਇਹਨਾਂ ਦੇ ਉੱਤੇ, ਉਹਦੇ ਵਾਸਤੇ ਵੀ, ਔਰ ਇਹਨਾਂ ਦੀ ਜਿਹੜੀ ਪੋਲੀਟੀਕਲ ਜਿਹੜੀ ਅੱਗੇ ਵਾਸਤੇ ਕੈਰੀਅਰ ਹੈ, ਉਹਨਾਂ ਤਿੰਨਾਂ ਚੀਜ਼ਾਂ 'ਚ ਇਹਨਾਂ ਦੇ ਵਾਸਤੇ ਸਹਾਈ ਨਹੀਂ, ਇਹਨਾਂ ਨੂੰ ਨੁਕਸਾਨਦੇਹ ਆ। ਲੋਕਾਂ ਦੀ ਜਿਹੜੀ ਆਸ ਸੀ ਉਹ ਇਹਨਾਂ ਤੋਂ ਟੁੱਟ ਰਹੀ ਹੈ ਇਸ ਤਰੀਕੇ ਦੇ ਨਾਲ। ਮੇਰਾ ਕਹਿਣਾ ਹੈ ਇਹਨਾਂ ਨੂੰ ਅੱਜ ਵੀ ਸਮਾਂ ਹੈਗਾ ਕਿ ਬਹੁਤ ਬੋਲਡਲੀ ਆਪਣੀ ਗਲਤੀ ਨੂੰ ਸਵੀਕਾਰ ਕੇ ਲੋਕਾਂ 'ਚ ਦੁਬਾਰਾ ਜਾਣ। ਜਿਹੜੀ ਇਹ ਟਕਰਾਅ ਦੀ ਰਾਜਨੀਤੀ ਕਰ ਰਹੇ ਨੇ, ਇਹ ਜਿਹੜੀ ਬਾਰ-ਬਾਰ ਮੋਦੀ ਦਾ ਨਾਲ ਲੈ ਕੇ ਲੋਕਾਂ 'ਚ ਇਹ ਪੇਸ਼ ਕਰ ਰਹੇ ਨੇ, ਉਹਦੇ ਵਿੱਚ ਇਹਨਾਂ ਦਾ ਇੱਕ ਇਸ ਤਰ੍ਹਾਂ ਦਾ, ਜਿਸ ਤਰ੍ਹਾਂ ਕਹਿ ਲਓ, ਲਾਲਚ ਹੈ ਕਿ ਅਸੀਂ ਮੋਦੀ ਨੂੰ ਬਦਨਾਮ ਕਰਕੇ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਵਿਕਟਿਮ ਸ਼ੋਅ ਕਰਕੇ ਅਸੀਂ ਸ਼ਾਇਦ ਲੋਕਾਂ ਨੂੰ ਜੋੜ ਲਾਂਗੇ। ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਇਹ ਅੱਗੇ ਲੋਕਾਂ ਨੂੰ ਜੋੜਨ 'ਚ ਕਾਮਯਾਬ ਹੋਣਗੇ। ਲੋਕੀ ਇਸ ਚੀਜ਼ ਬਾਰੇ ਬਹੁਤ ਜਾਗਰੂਕ ਨੇ। ਇਹਦੇ ਵਿੱਚ ਇਹ ਜਿਹੜੀ ਨਵੀਂ ਆਸ ਹੋਈ ਸੀ ਉਹਦਾ ਵੀ ਨੁਕਸਾਨ ਕਰ ਰਹੇ ਨੇ, ਆਪਣਾ ਵੀ ਨੁਕਸਾਨ ਕਰ ਰਹੇ ਨੇ। ਇਹਨਾਂ ਨੂੰ ਆਪਣੀ ਜਿਹੜੀ ਰਾਜਨੀਤੀ ਕਰਨ ਦਾ ਢੰਗ ਜ਼ਰੂਰ ਬਦਲਣਾ ਪਊਗਾ। ਇੱਕ ਗਲਤੀ ਮੇਰੇ ਹਿਸਾਬ ਨਾਲ ਪਹਿਲਾਂ ਹੀ ਕਰ ਚੁੱਕੇ ਨੇ ਜਦੋਂ ਇਹਨਾਂ ਨੇ ਰਾਜਨੀਤਿਕ ਪਾਰਟੀ ਬਣਾਈ ਹੈ, ਕਿਉਂਕਿ ਰਾਜ ਵਿਵਸਥਾ ਚੇਂਜ ਕਰਨ ਦੀ ਗੱਲ ਜਿਹੜੀ ਹੈਗੀ ਅੰਦੋਲਨ ਵਾਲੇ ਹੁੰਦੀ ਹੈ, ਉਹ ਅੰਦੋਲਨ ਚੋਂ ਨਿਕਲ ਕੇ ਇਹ ਸਿੱਧੀ ਸਰਕਾਰ ਬਣਾਉਣ ਤੇ ਆ ਗਏ। ਇਹ ਮੇਰੇ ਖਿਆਲ ਜਿਹੜੀ ਹੁਣ ਐਡਮਿਟ ਹੋ ਰਹੇ ਨੇ ਆਪਣੀ ਗੱਲ ਦੇ ਉੱਤੇ, ਤੀਜੀ ਗਲਤੀ ਰਾਜਨੀਤਿਕ ਗਲਤੀ ਕਰ ਰਹੇ ਨੇ, ਇਹਨਾਂ ਨੂੰ ਅੱਗੇ ਵਾਸਤੇ ਮਹਿੰਗੀ ਪਏਗੀ। ਆਫਿਸ ਆਫ ਪ੍ਰੋਫਿਟ ਦੀ ਡੈਫੀਨੇਸ਼ਨ ਇੰਡੀਅਨ ਕਨਸਟੀਟਿਊਸ਼ਨ ਵਿੱਚ ਸ਼ਾਇਦ ਨਹੀਂ ਹੈ, ਜਿੰਨਾ ਕਿ ਮੈਂ ਚੈੱਕ ਕੀਤਾ। ਪਰ ਆਫਿਸ ਆਫ ਪ੍ਰੋਫਿਟ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਸੈਲਰੀ ਲੈਣਾ ਜਾਂ ਕਾਰਾ ਲੈਣਾ। ਈਵਨ ਜੋ ਸਰਕੂਲਰ ਆਮ ਆਦਮੀ ਪਾਰਟੀ ਨੇ ਵੀ ਜਾਰੀ ਕੀਤਾ ਵਾ, ਉੱਤੇ ਸਾਫ਼ ਲਿਖਿਆ ਹੋਇਆ ਵਾ ਕਿ ਮੈਂ ਯੂਜ਼ ਕੀ ਆਫਿਸ ਦੀਆਂ ਕਾਰਾਂ ਦਿੱਲੀ ਗਵਰਨਮੈਂਟ ਦੀਆਂ ਕਾਰਾਂ ਯੂਜ਼ ਕਰ ਸਕਦੇ ਨੇ। ਜੇ ਦਿੱਲੀ ਗਵਰਨਮੈਂਟ ਦੀਆਂ ਕਾਰਾਂ ਯੂਜ਼ ਕਰ ਸਕਦੇ ਨੇ ਤਾਂ ਉਹ ਕਾਰਾਂ ਪਾਣੀ ਨਾਲ ਨਹੀਂ ਚੱਲਦੀਆਂ, ਉਹਨਾਂ 'ਚ ਵੀ ਦਿੱਲੀ ਦੇ ਲੋਕਾਂ ਦਾ ਪੈਸੇ ਦਾ ਹੀ ਗੈਸ ਜਾਂ ਪੈਟਰੋਲ ਪੈਂਦਾ ਵਾ। ਦੂਜਾ ਆਫਿਸ ਆਫ ਪਾਵਰ ਦੀ ਜੇ ਤੁਸੀਂ ਡੈਫੀਨੇਸ਼ਨ ਤੇ ਥੋੜੀ ਜਿਹੀ ਨਿਗਾਹ ਮਾਰੋ ਤੇ ਉਹਦੇ ਵਿੱਚ ਐਡਮਿਨਿਸਟ੍ਰੇਟਿਵ ਤੇ ਐਗਜ਼ੀਕਿਊਟਿਵ ਪਾਵਰ ਵੀ ਆਉਂਦੀਆਂ ਨੇ। ਸਿਰਫ ਸੈਲਰੀ ਲੈਣਾ ਜਾਂ ਕਾਰਾਂ ਲੈਣਾ, ਬੰਗਲੇ ਲੈਣਾ ਆਫਿਸ ਆਫ ਪਾਵਰ ਦੀ ਡੈਫੀਨੇਸ਼ਨ ਵਿੱਚ ਨਹੀਂ ਆ। ਮੇਰੇ ਖਿਆਲ ਉਹਦੇ ਵਿੱਚ ਐਡਮਿਨਿਸਟ੍ਰੇਟਿਵ ਤੇ ਐਗਜ਼ੀਕਿਊਟਿਵ ਪਾਵਰਸ ਵੀ ਆਉਂਦੀਆਂ ਨੇ। ਤੇ ਮੈਂ ਪ੍ਰੀਟੀ ਸ਼ੋਰ ਆ ਇਹ ਕੇਸ ਨੂੰ ਆਮ ਆਦਮੀ ਪਾਰਟੀ ਕੋਰਟ 'ਚ ਲੈ ਕੇ ਜਾਊਗੀ ਤੇ ਕੁਝ ਏਦਾਂ ਦਾ ਹੀ ਆਮ ਆਦਮੀ ਪਾਰਟੀ ਨੂੰ ਸੁਣਨ ਨੂੰ ਮਿਲੂਗਾ। ਸਬਦੀਸ਼ ਜੀ, ਜੇ ਮੈਂ ਇਹ ਕਹਿ ਰਿਹਾ ਕਿ ਆਫਿਸ ਆਫ ਪਾਵਰ ਦੇ ਵਿੱਚ ਸਿਰਫ ਪੈਸਾ ਨਹੀਂ, ਉਹਦਾ ਵੀ ਆਉਂਦਾ ਹੈ।
ਫੋਰ ਐਗਜ਼ਾਮਪਲ ਜੇ ਕਿ ਇਹਨੂੰ ਡੀਐਸਪੀ ਦਾ ਰੈਂਕ ਦੇ ਦਿੱਤਾ ਜਾਂਦਾ ਵਾ ਤੇ ਉਹਦੀ ਆਮ ਤੌਰ ਤੇ ਆਪਾਂ ਕਹਿ ਦਿੰਦੇ ਆ ਬੜੀ ਟੌਰ ਆ ਪਿੰਡ 'ਚ ਜਾਂ ਸਾਡੇ ਏਰੀਆ ਵਿੱਚ, ਕਿਉਂਕਿ ਉਹ ਡੀਐਸਪੀ ਲੱਗਾ, ਪਰ ਡੀਐਸਪੀ ਦਾ ਰੈਂਕ ਉਹਨੂੰ ਸਿਰਫ ਸਟੇਟ ਗਵਰਨਮੈਂਟ ਵੱਲੋਂ ਦਿੱਤਾ ਗਿਆ ਕਿਉਂਕਿ ਸ਼ਾਇਦ ਉਹ ਪਲੇਅਰ ਸੀ ਜਾਂ ਕੁਝ ਹੋਰ ਕਾਰਨ ਸਟੇਟ ਗਵਰਨਮੈਂਟ ਨੂੰ ਦਿੱਤਾ ਵਾ। ਕੀ ਜੋ ਮੈਂ ਕਹਿ ਰਿਹਾ ਵਾਂ ਤੁਸੀਂ ਮੇਰੇ ਨਾਲ ਐਗਰੀ, ਜੋ ਆਫਿਸ ਆਫ ਪਾਵਰ ਦੇ ਵਿੱਚ ਐਡਮਿਨਿਸਟ੍ਰੇਟਿਵ ਤੇ ਐਗਜ਼ੀਕਿਊਟਿਵ ਪਾਵਰਸ ਵੀ ਆ ਸਕਦੀਆਂ ਨੇ? ਦੇਖੋ ਹਰਪ੍ਰੀਤ ਜੀ, ਜਦੋਂ ਆਮ ਆਦਮੀ ਪਾਰਟੀ ਦੇ ਬੰਦੇ ਕਹਿੰਦੇ ਨੇ, ਜਿਵੇਂ ਹੁਣੇ ਵੀ ਜ਼ਿਕਰ ਛੇੜਿਆ ਕਿ ਅਸੀਂ ਕਰਪਸ਼ਨ ਨੂੰ ਝਾੜੂ ਨਾਲ ਹੂੰਝ ਦਿਆਂਗੇ, ਇਹ ਆਪਣੇ ਆਪ 'ਚ ਚੰਗੀ ਗੱਲ ਹੈ, ਪਰ ਤੁਸੀਂ ਕਿਸੇ ਦੀ ਕਰਪਸ਼ਨ ਨੂੰ ਝਾੜੂ ਨਾਲ ਹੂੰਝਦੇ ਖੁਦ ਪੋਲੀਟੀਕਲੀ ਕਰਪਟ ਹੋ ਜਾਵੋ, ਇਹ ਗੱਲ ਆਪਣੇ ਆਪ ਦੇ ਵਿੱਚ ਗਲਤ ਬਣ ਜਾਂਦੀ ਆ। ਤੁਸੀਂ ਅਗਲੇ ਦੀ ਡਿਸਓਨੈਸਟੀ ਨੂੰ ਝਾੜੂ ਨਾਲ ਹੂੰਝਦੇ ਆਪਣੀ ਓਨੈਸਟੀ ਵੀ ਨਾਲ ਦੀ ਨਾਲ ਹੀ ਹੂੰਝ ਦਿਓ। ਜੇ ਆਮ ਆਦਮੀ ਪਾਰਟੀ ਕਰਪਸ਼ਨ ਤੇ ਓਨੈਸਟੀ ਦੇ ਸਵਾਲ ਦੇ ਉੱਤੇ ਆਈ ਹੈ ਤਾਂ ਲਾਜ਼ਮੀ ਤੌਰ ਦੇ ਉੱਤੇ ਇਹਨੂੰ ਆਪਣੀ ਓਨੈਸਟੀ, ਆਪਣਾ ਐਂਟੀ ਕਰਪਸ਼ਨ ਐਟੀਟਿਊਡ ਕੰਟੀਨਿਊ ਕਰਨਾ ਪਵੇਗਾ। ਜੇ ਸੰਵਿਧਾਨ ਆਗਿਆ ਨਹੀਂ ਜਿਸ ਗੱਲ ਦੀ ਦਿੰਦਾ, ਤੁਸੀਂ ਕਾਇਦੇ ਕਾਨੂੰਨ ਨੂੰ ਵੀ ਆਪਣੀ ਓਨੈਸਟੀ ਦੇ ਵਹਾਅ ਦੇ ਵਿੱਚ ਰੋੜਨ ਦਾ ਯਤਨ ਕਰੋ, ਆਪਣੀ ਓਨੈਸਟੀ ਦੇ ਝਾੜੂ ਦੇ ਨਾਲ ਇਹ ਕਹੋ ਕਿ ਅਸੀਂ ਜਿਹੜਾ ਲਾਅ ਆ ਉਹਨੂੰ ਵੀ ਹੂੰਝ ਕੇ ਸੁੱਟ ਦਿਆਂਗੇ, ਆਪਣਾ ਨਵਾਂ ਲਾਅ ਖੜਾ ਕਰ ਲਵਾਂਗੇ, ਇਹ ਗੱਲ ਪ੍ਰੈਕਟੀਕੇਬਲ ਨਹੀਂ ਹੈ। ਜਾਂ ਤਾਂ ਤੁਸੀਂ ਬਾਗੀ ਹੋ ਜਾਓ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਹੀ ਨਹੀਂ ਮੰਨਦੇ, ਅਸੀਂ ਇੱਕ ਵੱਖਰੀ ਸਟੇਟ ਬਣਾਵਾਂਗੇ ਜਿਵੇਂ ਦੇਸ਼ ਦੇ ਕਈਆਂ ਥਾਵਾਂ ਦੇ ਉੱਤੇ ਮੰਗ ਕੀਤੀ ਜਾਂਦੀ ਹੈ, ਜਾਂ ਤਾਂ ਤੁਸੀਂ ਇੱਥੇ ਪਹੁੰਚ ਜਾਓ ਤੇ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਓ। ਜੇ ਤੁਸੀਂ ਭਾਰਤੀ ਸੰਵਿਧਾਨ ਦੀ ਸਹੁੰ ਖਾ ਕੇ ਗੱਲ ਕਰਨੀ ਚਾਹੁੰਦੇ ਹੋ ਤਾਂ ਉਹਦੇ ਵਿੱਚ ਜਿਹੜੀ ਵੀ ਕਿਸਮ ਦੇ ਲਾਭ ਮਿਲਦੇ ਨੇ, ਇਹਦੇ ਵਿੱਚ ਤੁਸੀਂ ਜਿਹੜੀ ਲਾਇਰ ਦੀ ਸਲਾਹ ਪਹਿਲਾਂ ਲੈਣੀ ਸੀ ਉਹਦੇ ਵਿੱਚ ਤੁਸੀਂ ਹੁਣ ਬਾਅਦ ਦੇ ਵਿੱਚ ਤਾਂ ਦਲੀਲਾਂ ਲੱਭ ਰਹੇ ਹੋ। ਫਿਰ ਜਿਵੇਂ ਤੁਸੀਂ ਪਹਿਲਾਂ ਕਹਿ ਚੁੱਕੇ ਹੋ ਕਿ ਦਲੀਲਾਂ ਉਹਨਾਂ ਮੁੱਖ ਮੰਤਰੀਆਂ ਦੇ ਪੋਲੀਟੀਕਲ ਸੈਕਟਰੀਆਂ ਦੀਆਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਇਸ ਗੱਲ ਲਈ ਬਦਨਾਮੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਰਾਜਾਂ ਨੂੰ ਤਬਾਹ ਕਰ ਦਿੱਤਾ। ਉਹਨਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਆਉਂਦੇ ਨੇ। ਤੁਸੀਂ ਜਦੋਂ ਪੋਲੀਟੀਕਲ ਸੈਕਟਰੀ ਰੱਖਣੇ ਉਦੋਂ ਬਾਦਲ ਨਾਲ ਮੁਕਾਬਲਾ, ਜਦੋਂ ਤੁਸੀਂ ਓਨੈਸਟੀ ਦੇ ਮਿਆਰ ਖੜੇ ਕਰਨੇ ਉਦੋਂ ਜਿਹੜਾ ਸੁਪਰੀਮ ਕੇਜਰੀਵਾਲ ਹੋ ਜਾਂਦਾ। ਇਸ ਤਰ੍ਹਾਂ ਨਹੀਂ ਹੋ ਸਕੇਗਾ। ਜਿਹੜੀ ਗੱਲ ਸੱਚਾਈ ਆ ਉਹ ਸਾਨੂੰ ਸੱਚਾਈ ਮੰਨਣੀ ਪਏਗੀ। ਮੋਦੀ ਦਾ ਹਿੰਦੂਤਵ ਮੈਨੂੰ ਬੁਰਾ ਲੱਗਦਾ, ਮੋਦੀ ਮਨ ਕੀ ਬਾਤ ਦੇ ਵਿੱਚ ਬਹੁਤ ਸਾਰੇ ਸਵਾਲਾਂ ਨੂੰ ਛੱਡ ਜਾਂਦੇ ਨੇ, ਮੈਨੂੰ ਬੁਰਾ ਲੱਗਦਾ, ਪਰ ਅੱਜ ਦੀ ਤਰੀਕ ਤੱਕ ਜੇ ਮੈਂ ਕਹਾਂ ਕਿ ਮੋਦੀ ਦੇ ਉੱਤੇ ਕੋਈ ਆਰਥਿਕ ਕਰਪਸ਼ਨ ਦਾ ਦੋਸ਼ ਲੱਗਿਆ, ਮੈਨੂੰ ਕਹਿਣਾ ਪਏਗਾ ਕਿ ਉਹਦੇ ਉੱਤੇ ਨਹੀਂ ਲੱਗਿਆ। ਇਸ ਕਰਕੇ ਸੱਚਾਈਆਂ ਨੂੰ ਤਾਂ ਸੱਚਾਈ ਦੇ ਤੌਰ ਤੇ ਹੀ ਪ੍ਰਵਾਨ ਕਰਨਾ ਪਏਗਾ। ਜਿਹੜੀ ਪੋਲੀਟੀਕਲ ਕਰਪਸ਼ਨ ਹੈ, ਇਹ ਜਿਹੜੀ ਸੈਕਟਰੀ ਰੱਖਣੇ ਪੋਲੀਟੀਕਲ ਕਰਪਸ਼ਨ ਹੈ, ਤੇ ਮੇਰਾ ਖਿਆਲ ਹੈ ਕਿ ਪੋਲੀਟੀਕਲ ਕਰਪਸ਼ਨ ਸ਼ਾਇਦ ਬਹੁਤ ਮਹਿੰਗੀ ਪੈਣ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ। ਜੇ ਬਾਈ ਚਾਂਸ MLA ਰੱਦ ਹੋ ਗਏ ਤਾਂ ਪੰਜਾਬ ਦੀ ਚੋਣ ਤੇ ਉਹਨਾਂ 21 MLAs ਵਾਲੀਆਂ ਸੀਟਾਂ ਦੇ ਉੱਤੇ ਜ਼ਿਮਨੀ ਚੋਣ ਬਰਾਬਰ ਆ ਜਾਣਗੀਆਂ ਲਗਭਗ, ਤੇ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਵੀ ਨੁਕਸਾਨ ਹੋਏਗਾ। ਮੈਂ ਵੀ ਤੁਹਾਡੀ ਇਸ ਗੱਲ ਤੋਂ ਐਗਰੀ ਕਰਦਾ ਵਾਂ ਕਿ ਜੇ ਆਮ ਆਦਮੀ ਪਾਰਟੀ ਜੋ ਅੱਜ ਕਰ ਰਹੀ ਆ ਇਹ ਜਿਹਨੂੰ ਸਮਝ ਆਉਂਦਾ ਵਾ ਤੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਇਹਦਾ ਨੁਕਸਾਨ ਹੀ ਹੋਊਗਾ। ਤੇ ਉਹ ਲੋਕ ਜੋ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ, ਮੈਂ ਫਿਰ ਤੋਂ ਕਹਿ ਰਿਹਾ, ਖਾਸ ਕਰਕੇ ਬਾਹਰ ਬੈਠ ਕੇ ਰੇਡੀਓ ਤੇ ਟੀਵੀ ਚੈਨਲ ਤੇ ਜਾ ਕੇ ਇਹ ਕਹਿ ਰਹੇ ਨੇ ਕਿ ਸਾਡੀ ਪਾਰਟੀ ਓਨੈਸਟ ਆ, ਅਸੀਂ ਕਰਪਸ਼ਨ ਦੇ ਖਿਲਾਫ ਲੜਦੇ ਆ। ਸ਼ਾਇਦ ਤੁਹਾਨੂੰ ਹੁਣ ਸੋਚਣ ਦੀ ਲੋੜ ਆ ਤੇ ਸ਼ਾਇਦ ਤੁਸੀਂ ਜਿਹੜੇ ਕੈਨੇਡਾ ਦੇ ਵਿੱਚ ਖਾਸ ਕਰਕੇ ਹਰ ਸਿਟੀ ਵਿੱਚ ਆਪਣਾ ਇੱਕ ਨੁਮਾਇੰਦਾ ਅਪਾਇੰਟ ਕਰਤਾ ਵਾ, ਉਹਨਾਂ ਨੂੰ ਪੁੱਛਣ ਦੀ ਲੋੜ ਆ ਕਿ ਇਹ ਪੋਲੀਟੀਕਲ ਕਰਪਸ਼ਨ ਨਹੀਂ ਹੈ ਤੇ ਕੀ ਹੈ। ਕਿ ਜੇ ਹੁਣ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ ਤੇ ਕਿਉਂ ਬੋਲ ਰਹੀ ਆ? ਜਿਹੜਾ ਡਾਕੂਮੈਂਟ ਬੀਜੇਪੀ ਨੇ ਜਾਰੀ ਕੀਤਾ ਵਾ, ਜੋ ਅੱਜ ਕੁਝ ਨਿਊਜ਼ ਚੈਨਲ ਤੇ ਆਫਿਸਿਸ ਵਿਖਾਏ ਜਾ ਰਹੇ ਨੇ, ਉਹ ਕਿਉਂ ਵਿਖਾਏ ਜਾ ਰਹੇ ਨੇ? ਜੇ ਤੁਸੀਂ ਆਫਿਸ ਦਿੱਤਾ ਸੀ, ਗਲਤੀ ਹੋਈ ਆ, ਉਹਨੂੰ ਐਕਸੈਪਟ ਕਰੋ, ਪਰ ਇੱਕ ਗਲਤੀ ਨੂੰ ਛੁਪਾਉਣ ਵਾਸਤੇ ਝੂਠ ਤੇ ਝੂਠ ਤੇ ਉਸ ਤੋਂ ਬਾਅਦ ਵਿਕਟਮ ਵਾਲਾ ਕਾਰਡ ਖੇਡਣਾ ਬੰਦ ਕਰੋ। ਹਰ ਗੱਲ ਤੇ ਮੋਦੀ ਨੇ ਆ ਕਰਤਾ, ਮੇਰੇ ਖਿਆਲ ਇਹਦੇ ਨਾਲ ਤੁਹਾਨੂੰ ਸਹਿਨਭੂਤੀ ਨਾਲ ਵੋਟਾਂ ਨਹੀਂ ਮਿਲਣਗੀਆਂ ਤੇ ਸ਼ਾਇਦ ਤੁਹਾਡਾ ਨੁਕਸਾਨ ਹੀ ਹੋਊਗਾ। ਦਿਲਰਾਜ ਜੀ। ਬਿਲਕੁਲ ਹਰਪ੍ਰੀਤ ਜੀ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇੱਕ ਤੁਸੀਂ ਹੋਰ ਜਿਹੜਾ ਪੁਆਇੰਟ ਬਹੁਤ ਵਧੀਆ ਰੱਖਿਆ
ਕਿ ਆਫਿਸ ਆਫ ਪ੍ਰੋਫਿਟ ਦਾ ਸਿਰਫ ਮਤਲਬ ਪੈਸੇ ਦੀ ਵਰਤੋਂ ਜਾਂ ਕਾਰ ਦੇਣਾ ਜਾਂ ਰੂਮ ਦੇਣਾ ਇਹ ਨਹੀਂ ਹੁੰਦੀ, ਇੱਕ ਅਹੁਦੇ ਦੀ ਵਰਤੋਂ ਹੁੰਦੀ ਹੈ, ਉਹ ਵੀ ਆਫਿਸ ਆਫ ਪ੍ਰੋਫਿਟ ਵਿੱਚ ਵੀ ਆਉਂਦਾ ਹੈਗਾ। ਬਿਲਕੁਲ ਮੈਂ ਤੁਹਾਡੀ ਇਸ ਗੱਲ ਦੇ ਨਾਲ 100% ਸਹਿਮਤ ਹਾਂ। ਕਿਤੇ ਨਾ ਕਿਤੇ ਗਲਤੀ ਤਾਂ ਆਮ ਆਦਮੀ ਪਾਰਟੀ ਕੋਲ ਹੋਈ ਹੈ ਤੇ ਮੈਂ ਸਮਝਦਾ ਇੰਨਾ ਬਖੇੜਾ ਖਰੇ ਨਹੀਂ ਹੋਣਾ ਸੀਗਾ ਜੇ ਉਹ ਗਲਤੀ ਆਰਾਮ ਨਾਲ ਮੰਨ ਜਾਂਦੇ। ਪ੍ਰੈਜ਼ੀਡੈਂਟ ਨੇ ਜੇ ਉਹ ਬਿੱਲ ਖਾਰਿਜ ਕਰਤਾ ਸੀਗਾ ਤੇ ਆਪਣੀ ਗਲਤੀ ਮੰਨਦੇ ਤੇ ਉਸ ਤੋਂ ਬਾਅਦ ਜਿਹੜਾ ਇੱਕ ਮੋਦੀ ਸਾਹਿਬ ਤੇ ਵਾਰ ਕਰਨ ਦੀ ਰਣਨੀਤੀ ਫਿਰ ਤੋਂ ਉਹਨਾਂ ਨੇ ਅਖਤਿਆਰ ਕਰੀ ਰੱਖੀ, ਜੋ ਪਹਿਲੇ ਵੀ ਕੀਤੀ ਹੋਈ ਸੀਗੀ, ਉਹ ਨਾ ਕਰਦੇ ਤੇ ਸ਼ਾਇਦ ਇੰਨਾ ਰੌਲਾ ਪੈਣਾ ਹੀ ਨਹੀਂ ਸੀਗਾ। ਬੜੀ ਵਾਰ ਇਤਿਹਾਸ ਵਿੱਚ ਵੀ ਏਦਾਂ ਕਈ ਪਾਰਟੀਆਂ ਦੇ ਨਾਲ ਹੋ ਚੁੱਕਾ ਹੈ ਕਿ ਇਹ ਇਸੇ ਤਰ੍ਹਾਂ ਦੇ ਸੇਮ ਇਸ਼ੂ ਦੇ ਨਾਲ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਸਦਸਤਾ ਰੱਦ ਕੀਤੀ ਹੋਵੇ। ਤੁਸੀਂ ਯੂਪੀ ਦੀ ਗੱਲ ਕੀਤੀ, ਤੁਸੀਂ ਕਰਨਾਟਕਾ ਦੀ ਗੱਲ ਕੀਤੀ, ਏਦਾਂ ਦੇ ਅਨੇਕਾਂ ਇੰਸਟੈਂਸ ਨੇ ਜਿੱਥੇ ਇਹ ਸਾਰਾ ਕੁਝ ਪਹਿਲੇ ਵੀ ਹੋ ਚੁੱਕਾ ਵਾ। ਪਰ ਪ੍ਰੋਬਲਮ ਉੱਥੇ ਹੀ ਹੈ ਕਿ ਆਮ ਆਦਮੀ ਪਾਰਟੀ ਕਦੀ ਵੀ ਆਪਣੀ ਗਲਤੀ ਨਾ ਮੰਨਦੀ ਹੈ ਤੇ ਨਾ ਹੀ ਮੰਨੇਗੀ। ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਤੇ ਸਪੋਰਟਰਾਂ ਨੂੰ ਇਹ ਲੱਗਦਾ ਹੈ ਕਿ ਜੋ ਆਮ ਆਦਮੀ ਪਾਰਟੀ ਕਰਦੀ ਹੈ ਉਹ ਬਿਲਕੁਲ ਠੀਕ ਹੀ ਹੋਏਗਾ, ਉਹ ਗਲਤ ਹੋ ਹੀ ਨਹੀਂ ਸਕਦਾ। ਉਹ ਸਭ ਤੋਂ ਵੱਡਾ ਕੁਐਸਚਨ ਮਾਰਕ ਹੈ ਉਹਨਾਂ ਲਈ। ਅੱਜ ਪੰਜਾਬ ਦੀ ਜਨਤਾ ਦੀ ਆਪਾਂ ਗੱਲ ਕਰੀਏ, ਲੋਕੀ ਆਮ ਆਦਮੀ ਪਾਰਟੀ ਨੂੰ ਦੇਖਦੇ ਪਏ ਆ, ਲੋਕੀ ਚੇਂਜ ਚਾਹੁੰਦੇ ਹੈਗੇ ਆ ਤੇ ਚੇਂਜ ਦੇ ਰੂਪ ਵਿੱਚ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਇੱਕ ਹਵਾ ਆਮ ਆਦਮੀ ਪਾਰਟੀ ਦੀ ਬਣੀ ਸੀ ਉਹ ਉਹਨਾਂ ਨੂੰ ਫਾਇਦਾ ਮਿਲ ਸਕਦਾ ਸੀਗਾ। ਪਰ ਜੇ ਇੰਨੇ ਓਵਰ ਕੌਨਫੀਡੈਂਟ ਹੋ ਗਏ ਆਮ ਆਦਮੀ ਪਾਰਟੀ ਵਾਲੇ ਕਿ ਹਾਂ ਜੋ ਉਹ ਕਰਦੇ ਪਏ ਆ ਉਹ ਬਿਲਕੁਲ ਠੀਕ ਕਰਦੇ ਪਏ ਆ, ਤੇ ਮੈਂ ਸਮਝਦਾ ਉਹਦਾ ਜਿੱਦਾਂ ਸਬਦੀਪ ਜੀ ਨੇ ਕਿਹਾ ਕਿ ਜੇ ਬਾਈ ਇਲੈਕਸ਼ਨਸ ਹੁੰਦੀਆਂ ਵਾ ਤੇ ਉਹ ਬਿਲਕੁਲ 6 ਮਹੀਨੇ ਦੇ ਵਿੱਚ ਪੰਜਾਬ ਦੀ ਇਲੈਕਸ਼ਨਾਂ ਤੋਂ 1-2 ਮਹੀਨੇ ਪਹਿਲੇ ਹੀ ਹੋਣਗੀਆਂ ਤੇ ਉਹਦਾ ਡੈਫੀਨੇਟਲੀ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਏਗਾ। ਤੁਸੀਂ ਕੱਲ ਤੇ ਕਹਿ ਰਹੇ ਸੀ ਨੁਕਸਾਨ ਨਹੀਂ ਹੋਊਗਾ, ਅੱਜ ਤੁਸੀਂ ਕਹਿ ਰਹੇ ਜੋ ਨੁਕਸਾਨ ਹੋਊਗਾ। ਕੀ ਹੋ ਗਿਆ, ਕੀ ਬਦਲ ਗਿਆ ਇੱਕ ਰਾਤ ਵਿੱਚ? ਹਰਪ੍ਰੀਤ ਜੀ, ਜਿਹੜੀ ਇੱਕ ਸਥਿਤੀ ਚੇਂਜ ਹੋਈ ਹੈ, ਕੱਲ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਜੋ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਸੀਗਾ ਇੱਕ ਮੋਦੀ ਸਾਹਿਬ ਤੇ ਇਲਜ਼ਾਮ ਲਾਣੇ ਕਿ ਹਾਂ ਮੋਦੀ ਸਾਹਿਬ ਨੇ ਕਰਵਾਇਆ ਇਹ ਸਾਰੇ ਦਾ ਸਾਰਾ, ਪਰ ਉਸ ਤੋਂ ਬਾਅਦ ਜੋ ਕੁਝ ਇਹ ਵਾਲੇ ਪੂਰੇ ਐਪੀਸੋਡ ਦੇ ਵਿੱਚ ਸਥਿਤੀ ਇੱਕ ਬਦਲੀ ਹੈਗੀ ਹੈ, ਜੋ ਕੁਝ ਸਾਰੀਆਂ ਚੇਂਜਿਸ ਹੋਈਆਂ, ਜਿੰਨਾ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਇਹ ਪੂਰੇ ਐਪੀਸੋਡ ਦੇ ਵਿੱਚ ਝੂਠੀ ਪਈ ਹੈ। ਕੱਲ ਪ੍ਰੈਸ ਕਾਨਫਰੰਸ ਤੋਂ ਬਾਅਦ ਜਾਂ ਬੀਜੇਪੀ ਦੀ ਪ੍ਰੈਸ ਕਾਨਫਰੰਸ ਵੀ ਹੋਈ ਸੀਗੀ, ਉਹ ਸਾਰੇ ਤੋਂ ਬਾਅਦ ਜਿਹੜੀ ਇੱਕ ਨੈਗੇਟਿਵ ਰਿਪੋਰਟ ਆਮ ਆਦਮੀ ਪਾਰਟੀ ਦੀ ਆਈ ਹੈ। ਅੱਜ ਹਰ ਨਿਊਜ਼ ਚੈਨਲ ਇਸ ਐਪੀਸੋਡ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਗਲਤ ਦੱਸਦਾ ਪਿਆ ਵਾ। ਸ਼ਾਇਦ ਇਹਦਾ ਖਮਿਆਜ਼ਾ ਭੁਗਤਣਾ ਪੈ ਜਾਵੇ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਪੰਜਾਬ ਇਲੈਕਸ਼ਨ ਆਮ ਤੌਰ ਤੇ ਹੀ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਜਾਂ ਉਹਨਾਂ ਦੇ ਜੋ ਵਰਕਰਸ ਨੇ ਜਾਂ ਫਿਰ ਈਵਨ ਸਪੋਰਟਰ ਵੀ ਮੀਡੀਆ ਦੇ ਕੰਮਕਾਜ ਤੇ ਬੜਾ ਕੁਐਸਚਨ ਕਰਦੇ ਨੇ। ਥੋੜੇ ਦਿਨ ਪਹਿਲਾਂ ਅਸੀਂ ਦਿੱਲੀ ਵਿੱਚ ਇੱਕ ਸਰਵੇ ਕਾਈਂਡ ਆਫ ਕੀਤਾ ਸੀ ਜਿੱਥੇ ਸਾਡਾ ਹੋਸਟ ਜਾ ਕੇ ਦਿੱਲੀ ਦੇ ਲੋਕਾਂ ਨੂੰ ਕੁਐਸਚਨ ਪੁੱਛਦਾ ਸੀ, ਉਹਦੇ ਉੱਤੇ ਸਾਡੇ ਉੱਤੇ ਵੀ ਕੁਐਸਚਨ ਕੀਤੇ ਗਏ। ਸਾਨੂੰ ਜੋ ਗੱਲਾਂ ਕਹੀਆਂ ਗਈਆਂ ਕਿ ਤੁਸੀਂ ਐਂਟੀ ਫਲਾਣਾ, ਜੋ ਤੁਸੀਂ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ, ਮੈਂ ਹੈਰਾਨ ਸੀ ਕਿ ਜੋ ਲੋਕ ਇਹ ਕੁਐਸਚਨ ਕਰ ਰਹੇ ਆ ਉਹ ਆਪਣੀ ਪੀੜੀ ਥੱਲੇ ਥੋੜਾ ਜਿਹਾ ਸੋਟਾ ਮਾਰ ਲੈਣ ਸਾਨੂੰ ਕੁਝ ਕਹਿਣ ਤੋਂ ਪਹਿਲਾਂ, ਕਿਉਂਕਿ ਜਿੱਦਾਂ ਅਸੀਂ ਇੱਥੇ ਕੰਮ ਕਰਦੇ, ਜੋ ਇਨਸਟਰਕਸ਼ਨਸ ਅਸੀਂ ਅੱਗੇ ਦਿੰਦੇ ਆ ਜਾਂ ਸਾਨੂੰ ਦਿੱਤੀਆਂ ਜਾਂਦੀਆਂ ਨੇ, ਉੱਥੇ ਇੱਕੋ ਗੱਲ ਹੁੰਦੀ ਆ ਕਿ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇ। ਅਸੀਂ ਐਡਵੋਕੇਟ ਸੁਨੀਲ ਕੁਮਾਰ ਨਾਲ ਗੱਲ ਕਰਾਈ, ਡਿਬੇਟ ਨੰਬਰ 2 ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਕਿ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਅਸੀਂ ਡਿਸਾਈਡ ਨਹੀਂ ਕਰਦੇ, ਡਿਸਾਈਡ ਤੁਸੀਂ ਆਪ ਕਰਨਾ ਹੈ ਕਿ ਇਹ ਉਹੀ ਪਾਰਟੀ ਆ ਜਿਹੜੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਨਿਕਲੀ ਸੀ ਤੇ ਜੋ ਗੱਲਾਂ ਕਰਦੀ ਸੀ, ਕਿ ਹੁਣ ਪਾਰਟੀ ਜੋ ਸਬਦੀਪ ਜੀ ਆਂਦੇ ਹੁੰਦੇ ਆ ਕਿ ਪੋਲੀਟੀਕਲ ਕਰਪਟ ਹੋ ਚੁੱਕੀ ਆ। ਅਜੀਤ ਜੀ ਐਂਡ ਜੋਲ ਜੀ, ਮੇਰੇ ਕੋਲ ਟਾਈਮ ਜ਼ਿਆਦਾ ਨਹੀਂ ਬਚਿਆ, ਪਰ ਅਖੀਰ ਤੁਹਾਨੂੰ ਦੋਵਾਂ ਨੂੰ 1 ਮਿੰਟ ਜ਼ਰੂਰ ਦਊਂਗਾ। ਹਰਪ੍ਰੀਤ ਜੀ, ਸਭ ਤੋਂ ਵੱਡੀ ਹੈਰਾਨੀ ਮੈਨੂੰ ਇਸ ਗੱਲ 'ਚ ਇਹ ਲੱਗਦੀ ਹੈ ਕਿ ਮੈਨੂੰ ਕਿੱਥੇ ਇਹਨਾਂ ਦੀ ਜਿਹੜੀ ਅਖਲਾਕੀ ਕਮਜ਼ੋਰੀ ਲੱਗਦੀ ਹੈ ਆਮ ਆਦਮੀ ਪਾਰਟੀ ਦੀ, ਕਿ ਜੇ 21 MLA ਨੂੰ ਰਿਜ਼ਾਈਨ ਵੀ ਕਰਨਾ ਪੈ ਸਕਦਾ ਤਾਂ ਵੀ ਇਹ ਵਿਧਾਨ ਸਭਾ ਦੇ ਵਿੱਚ ਬਹੁਮਤ 'ਚ ਰਹਿੰਦੇ ਨੇ, ਉਸ ਦੇ ਬਾਵਜੂਦ ਵੀ ਇਹ ਉਹਨਾਂ ਨੂੰ ਦੁਬਾਰਾ ਇਲੈਕਸ਼ਨ ਲੜਨ ਦੀ ਬਜਾਏ ਉਹਨੂੰ ਵਿਕਟਿਮ ਵਾਲਾ ਜਿਹੜਾ ਹੈਗਾ ਪਾਸਾ ਉਹ ਉਭਾਰ ਕੇ ਲੋਕਾਂ 'ਚ ਜਾਣਾ ਚਾਹੁੰਦੇ ਨੇ, ਸਿੱਧੇ ਆਪਣੀ ਗਲਤੀ ਮੰਨ ਕੇ ਨਹੀਂ ਜਾਣਾ ਚਾਹੁੰਦੇ। ਜਦੋਂ ਕਿ ਇਮਾਨਦਾਰੀ ਇਹ ਮੰਗ ਕਰਦੀ ਹੈ ਕਿ ਜੇ ਕੋਈ ਇਹਨਾਂ ਦੀ ਵਿਧਾਨਕ ਤੌਰ ਤੇ ਕੁਛ ਗਲਤੀ ਹੋ ਗਈ ਹੈ ਉਹਨੂੰ ਮੰਨ ਕੇ ਦੁਬਾਰਾ ਲੋਕਾਂ 'ਚ ਚਲੇ ਜਾਂਦੇ। ਹਾਲਾਂਕਿ ਸਰਕਾਰ ਤਾਂ ਫਿਰ ਵੀ ਇਹਨਾਂ ਦੀ ਬਣੀ ਰਹਿਣੀ ਸੀ, ਜੇ ਸਰਕਾਰ ਗਿਰ ਰਹੀ ਹੋਵੇ ਉਦੋਂ ਵੀ ਕਦੇ ਮਜਬੂਰੀ ਸਮਝੀ ਜਾ ਸਕਦੀ ਹੈ, ਪਰ ਹੁਣ ਤਾਂ ਇਹ ਸਥਿਤੀ ਹੈ ਵੀ ਕੋਈ ਨਹੀਂ। ਚਲ ਸਾਹਿਬ। ਹਾਂਜੀ, ਮੇਰਾ ਅਖੀਰ ਦੇ ਵਿੱਚ ਇਹ ਹੈ ਜੀ ਵੀ ਜੇ ਆਪਾਂ ਕਿ ਇਹਨਾਂ ਨੂੰ
ਇਹਨਾਂ ਦੀਆਂ ਜਿਹੜੀਆਂ ਨਾਮਜ਼ਦਗੀਆਂ ਨੇ, ਅਪਾਇੰਟਮੈਂਟਸ ਨੇ, ਕੈਂਸਲ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਦੁਬਾਰਾ ਇਲੈਕਸ਼ਨ ਲੜਨੀ ਪੈ ਜਾਵੇ। ਜੇ ਦੁਬਾਰਾ ਇਲੈਕਸ਼ਨ ਦੇ ਵਿੱਚ ਇਹ ਬੰਦੇ ਦੁਬਾਰਾ ਜਿੱਤ ਜਾਂਦੇ ਆ ਤਾਂ ਕੀ ਪੋਜੀਸ਼ਨ ਹੋਊਗੀ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ? ਮੇਰਾ ਇਹ ਕੁਐਸਚਨ ਹੈ ਇਸ ਵਿੱਚ। ਆਈ ਥਿੰਕ ਜੋਲ ਸਾਹਿਬ ਆਪਣੇ ਕੋਲ ਟਾਈਮ ਨਹੀਂ ਬਚਿਆ ਕਿ ਅਸੀਂ ਇਸ ਕੁਐਸਚਨ ਡਿਬੇਟ ਕਰ ਸਕੀਏ, ਪਰ ਇਹਨੂੰ ਆਪਾਂ ਡਿਬੇਟ ਨੰਬਰ 2 ਚ ਜ਼ਰੂਰ ਕੰਸੀਡਰ ਕਰਾਂਗੇ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਡਿਬੇਟ ਨੰਬਰ 1 ਨੂੰ ਕੰਟੀਨਿਊ ਕਰੀਏ। ਪਰ ਇੱਕ ਚੀਜ਼ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ, ਥੋੜੇ ਦਿਨ ਪਹਿਲਾਂ ਜਦੋਂ ਉੜਤਾ ਪੰਜਾਬ ਦਾ ਇਸ਼ੂ ਆਇਆ ਸੀ, ਮੇਰੇ ਨਾਲ ਇੱਕ ਸੱਜਣ ਇੰਡੀਆ ਤੋਂ ਗੱਲ ਕਰ ਰਹੇ ਸੀ ਤਾਂ ਮੈਨੂੰ ਕਹਿ ਰਹੇ ਸੀ ਕਿ ਹੁਣ ਅਕਾਲੀ ਫਸ ਗਏ ਜਾਂ ਬੀਜੇਪੀ ਵਾਲੇ ਫਸ ਗਏ। ਮੈਂ ਉਹਨਾਂ ਨੂੰ ਉਦੋਂ ਵੀ ਇਹ ਕਿਹਾ ਸੀ ਕਿ ਮੋਦੀ ਸਾਹਿਬ, ਅਮਿਤ ਸ਼ਾਹ ਤੇ ਬਾਦਲ ਨੂੰ, ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਤੁਸੀਂ ਇੰਨਾ ਕੱਚਾ ਖਿਲਾੜੀ ਨਾ ਸਮਝੋ। ਜੇ ਉਹ ਚੁੱਪ ਕਰਕੇ ਬੈਠੇ ਨੇ ਜਾਂ ਫਿਰ ਜੇ ਉਹ ਆਮ ਆਦਮੀ ਪਾਰਟੀ ਨੂੰ ਕੋਈ ਮੁੱਦਾ ਦੇ ਕੇ ਆਪਣਾ ਨੁਕਸਾਨ ਕਰ ਰਹੇ ਨੇ ਤੇ ਸ਼ਾਇਦ ਖਿਚੜੀ ਕੋਈ ਹੋਰ ਪੱਕ ਰਹੀ ਆ, ਥੋੜਾ ਦੇਰ ਵੇਟ ਕਰਨ ਦੀ ਲੋੜ ਆ। ਮੇਰੀ ਉਸ ਗੱਲ ਨੂੰ ਸ਼ਾਇਦ ਮੈਂ ਟੀਵੀ ਚੈਨਲ ਤੇ ਵੀ ਔਨ ਲਾਈਵ ਵੀ ਆਖਿਆ ਵਾ, ਮੇਰੀ ਉਸ ਗੱਲ ਕਹੇ ਨੂੰ ਸ਼ਾਇਦ 10 ਦਿਨ ਨਹੀਂ ਹੋਏ ਨੇ ਤੇ ਸਾਰਾ ਦਾ ਸਾਰਾ ਜੋ ਪਾਸਾ ਵਾ, ਜੋ ਉੜਤਾ ਪੰਜਾਬ ਤੇ ਬਾਦਲ ਸਾਹਿਬ ਤੇ ਤਵੇ ਲੱਗ ਰਹੇ ਸੀ, ਉਹ ਅੱਜ ਪੁੱਟਾ ਹੋ ਕੇ ਦਿੱਲੀ ਦੇ 21 ਐਮਐਲਏ ਉੱਤੇ ਬਿਜਲੀ ਬਣ ਕੇ ਗਿਰਿਆ ਹੋਇਆ ਵਾ। ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਇਹਨਾਂ 21 ਐਮਐਲਏ ਦਾ ਫਿਊਚਰ ਕੀ ਹੁੰਦਾ ਵਾ। ਡਿਬੇਟ ਨੰਬਰ 2 ਚ ਤੁਹਾਡੀ ਗੱਲਬਾਤ ਕਰਾਉਂਦੇ ਆ ਆਮ ਆਦਮੀ ਪਾਰਟੀ ਦੇ ਇੱਕ ਮੰਨੇ ਹੋਏ ਨੇਤਾ ਨਾਲ ਤੇ ਜਾਣਦੇ ਆ ਕਿ ਉਹਨਾਂ ਦਾ ਅਜੇ ਵੀ ਆਪਣੀ ਪਾਰਟੀ ਬਾਰੇ ਕੀ ਵਿਚਾਰ ਆ। ਇੱਥੇ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਧੰਨਵਾਦ।